ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸਮੈ ਅੰਮ੍ਰਿਤ ਗਿਆਨੋ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ, ਦੁਤੀਏ ਰਾਸ ਲਿਖਿਆ ਤੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ। ਇਸ ਕਲਯੁਗ ਦੇ ਸਮੇਂ ਵਿੱਚ ਆਪ ਜੀ ਸਰੀਰ ਨੂੰ ਧਾਰਨ ਕੀਤਾ ਹੈ। ਨਿਰੰਕਾਰੀ ਜੋਤ ਨੇ ਸਰੀਰ ਨੂੰ ਧਾਰਨ ਕਰਕੇ ਜਗਤ ਦੇ ਉਧਾਰ ਵਾਸਤੇ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਉਹਨਾਂ ਦਾ ਇਤਿਹਾਸ ਅਸੀਂ ਪਿਛਲੇ ਸਮੇਂ ਵਿੱਚ ਸਰਵਣ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਸ੍ਰੀ ਲਹਿਣਾ ਜੀ ਨੇ ਗੁਰੂ ਚਰਨਾਂ 'ਚ ਸੇਵਾ ਪ੍ਰੇਮ ਸਹਿਤ ਕੀਤੀ ਹੈ ਅਤੇ ਸਮੇਂ ਅਨੁਸਾਰ ਸੱਚਖੰਡ ਜਾਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਸੋਭਨਾਕ ਕੀਤਾ। ਸੁਭਾਏਮਨ ਹੋ ਕਰਕੇ ਮੇਰੇ ਸਤਿਗੁਰੂ ਜੀ ਗੁਰਦਾ ਤਖਤ ਤੇ ਬਿਰਾਜਮਾਨ ਹੋ ਕਰਕੇ ਖਡੂਰ ਸਾਹਿਬ ਵਿੱਚ ਆਪ ਜੀ ਨੇ ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਦੇ ਸੁੰਦਰ ਪ੍ਰਸੰਗ ਅਸੀਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸਰਵਣ ਕੀਤੇ ਨੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਮਰਦਾਸ ਮਹਾਰਾਜ ਜੀ ਆ ਕਰਕੇ ਸੇਵਾ ਜਿਹੜੀ ਹੈ ਆਰੰਭ ਕੀਤੀ ਹੈ। ਸਰੀਰ ਦੀ ਅਵਸਥਾ ਭਾਵੇਂ ਢਲੀ ਹੋਈ ਹੈ, ਪਰ ਸੇਵਾ ਵਿੱਚ ਉਤਸ਼ਾਹ ਜਿਹੜਾ ਹੈ ਉਹ ਚਾਉ ਵਰਗਾ ਹੀ ਹੈ। ਤੇ ਹਜੂਰ ਜੀ ਨੇ 12 ਸਾਲ ਦੀ ਤਕਰੀਬਨ ਸੇਵਾ ਕਰਕੇ
ਗੁਰਸਿੱਖੀ ਦਾ ਆਦਰਸ਼ ਪੇਸ਼ ਕੀਤਾ ਹੈ। ਫਿਰ ਪੂਰਬਲੇ ਜੋ ਧੁਰੋਂ ਹੀ ਹਜੂਰ ਜੀ ਨੇ ਸੋ ਇਸ ਪ੍ਰਕਾਰ ਸੋ ਪ੍ਰੋਗਰਾਮ ਉਲੀਕੇ ਉਹਦੇ ਅਨੁਸਾਰ ਮਹਾਰਾਜ ਜੀ ਗੁਰਤਾ ਦੇ ਤਖਤ 'ਤੇ ਬਿਰਾਜਮਾਨ ਹੋਏ। ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਨਗਰੀ ਨੂੰ ਵਸਾ ਕੇ ਹਜੂਰ ਪਾਤਸ਼ਾਹ ਜੀ ਨੇ ਸਾਹਿਬ ਗੁਰੂ ਨਾਨਕ ਜੋਤ ਦਾ ਗੁਰਤਾ ਦਾ ਤਖਤ ਸੋਭਨੀਕ ਕੀਤਾ। ਨਗਰੀ ਵਸਾਈ ਹੈ ਤੇ ਨਗਰੀ ਵਿੱਚ ਟਿਕ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਗਤ ਜੀਵਾਂ ਦੇ ਉਧਾਰ ਵਾਸਤੇ ਅਨੇਕਾਂ ਕੌਤਕ ਕੀਤੇ ਨੇ। ਤੀਰਥਾਂ 'ਤੇ ਰਟਨ ਵੀ ਕੀਤਾ ਹੈ ਅਤੇ ਮਹਾਰਾਜ ਬੌਲੀ ਸਾਹਿਬ ਦਾ ਤੀਰਥ ਵੀ ਲਾਇਆ ਹੈ। ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਕਰਕੇ ਨਾਮ ਦਾਤੇ ਬਣਾ ਕਰਕੇ 22 ਮੰਜੀਆਂ ਸੌਂਪ ਕਰਕੇ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜ਼ਿਕਰ ਘੱਟ ਆਇਆ ਹੈ, ਪਰ ਕੁਝ ਹੋਰ ਗ੍ਰੰਥਾਂ ਤੋਂ ਪਤਾ ਲੱਗਦਾ ਕਿ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ 72 ਪੀੜ੍ਹੇ ਜਿਹੜੇ ਸਨ ਇਹ ਮਾਈਆਂ ਬੀਬੀਆਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਕਰਕੇ ਸਿੱਖੀ ਦੇ ਪ੍ਰਚਾਰ ਦੀਆਂ ਡਿਊਟੀਆਂ ਲਾਈਆਂ ਸਨ। ਭਾਰੀ ਸਿੱਖੀ ਦਾ ਪ੍ਰਚਾਰ ਹਜੂਰ ਜੀ ਨੇ ਕੀਤਾ ਹੈ। ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਹਜੂਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਤੇ ਆਪ ਜੀ ਸੱਚਖੰਡ ਪਿਆਨਾ ਕੀਤਾ, ਜਿਸ ਇਤਿਹਾਸ ਨੂੰ ਅਸੀਂ ਸੋ ਪਿਛਲੇ ਸਮੇਂ ਵਿੱਚ ਸਰਵਣ ਕੀਤਾ ਹੈ। ਤੋ ਕਵੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸੋ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਜ਼ਿਕਰ ਕੀਤਾ। ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਇਤਿਹਾਸ ਹਜੂਰ ਨੇ ਸੋ ਹਜੂਰ ਦਾ ਇਤਿਹਾਸ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਆਰੰਭ ਕੀਤਾ ਹੈ ਅਤੇ 2 ਸਤਿਗੁਰਾਂ ਦਾ ਇਤਿਹਾਸ ਸੰਪੂਰਨ ਜਦੋਂ ਕੀਤਾ ਹੈ ਤੇ ਕਵੀ ਜੀ ਨੇ ਪਹਿਲੀ ਰਾਸ ਜਿਹੜੀ ਹੈ ਉਹ ਸੰਪੂਰਨ ਕੀਤੀ ਹੈ। ਹੁਣ ਗੁਰੂ ਰਾਮਦਾਸ ਦਾ ਇਤਿਹਾਸ ਲਿਖਣ ਵਾਸਤੇ ਕਵੀ ਜੀ ਦੂਸਰੀ ਰਾਸ ਜਿਹੜੀ ਹੈ ਆਰੰਭ ਕਰਦੇ ਆ। ਗ੍ਰੰਥ ਦਾ ਨਾਮ ਹੈ ਗੁਰਪ੍ਰਤਾਪ ਸੂਰਜ ਗ੍ਰੰਥ। ਗੁਰੂ ਸਾਹਿਬ ਦੇ ਪ੍ਰਤਾਪ ਨੂੰ ਸੂਰਜ ਦੇ ਪ੍ਰਕਰਣਾਂ ਵਿੱਚ ਸੋ ਕਥਨ ਕਰਕੇ ਕਵੀ ਜੀ ਨੇ ਇਹ ਗ੍ਰੰਥ ਜਿਹੜਾ ਹੈ ਤਿਆਰ ਕੀਤਾ ਹੈ। ਤੋ ਜਿੱਥੇ ਦਿਨ ਦੇ 2 ਹਿੱਸੇ ਪੂਰਬਾਰਧ ਤੇ ਉਤਰਾਰਧ, ਇਹ 2 ਹਿੱਸੇ ਦਿਨ ਦੇ ਜਿੱਦਾਂ ਕਹਿੰਦੇ 2 ਪਹਿਰ, ਤੋ ਭਾਵ ਹੁਣ 2 ਪਹਿਰ ਹੋ ਗਿਆ, ਭਾਵ ਸਵੇਰ ਦੇ 2 ਪਹਿਰ ਹੋ ਗਏ ਤੇ ਪਿਛਲੇ 2 ਪਹਿਰ, ਇਉਂ 2 ਹਿੱਸੇ ਇੱਕ ਦਿਨ ਦੇ। ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵਰਣਨ ਕੀਤਾ ਤੇ ਹੁਣ ਬਾਕੀ 9 ਸਤਿਗੁਰਾਂ ਦਾ ਇਤਿਹਾਸ ਜਿਹੜਾ ਕਵੀ ਜੀ ਵਰਣਨ ਕਰਨ ਵਾਸਤੇ 12 ਰਾਸਾਂ ਜਿਨ੍ਹਾਂ ਦੇ ਨਾਮ ਤੇ 12 ਮਹੀਨਿਆਂ ਦੇ ਨਾਮ ਹੈ, ਤੋ ਉਹ 12 ਪ੍ਰਕਰਣ ਸ਼ੁਰੂ ਕਰਦੇ ਨੇ। ਅੱਗੇ ਫਿਰ ਮੇਰੇ ਸਤਿਗੁਰੂ ਜੀ ਅੱਗੇ ਹੋਰ ਕਿਰਪਾ ਕਰਨਗੇ। 22 ਪ੍ਰਕਰਣਾਂ ਦੇ ਵਿੱਚ ਸੂਰਜ ਦੇ 22 ਪ੍ਰਕਰਣ, ਉਹਨਾਂ ਦੇ ਵਿੱਚ ਮਹਾਰਾਜ ਦਾ ਇਤਿਹਾਸ ਗੁਰੂ ਸਾਹਿਬਾਨ ਦਾ ਕਵੀ ਜੀ ਨੇ ਜਿਹੜਾ ਹੈ ਉਹ ਵਰਣਨ ਕੀਤਾ ਹੈ। ਤੋ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਤੋ ਕਵੀ ਜੀ ਇਹ ਹੁਣ ਦੂਸਰੀ ਰਾਸ ਸ਼ੁਰੂ ਕਰਦੇ ਹਨ, ਜਿਹਦੇ ਵਿੱਚ ਪਹਿਲਾਂ ਸਤਿਗੁਰੂ ਸਾਹਿਬਾਨ ਦੇ ਮੰਗਲਾਚਰਨ ਕਰਕੇ ਗੁਰੂ ਦਾ ਜਸ ਕਰਕੇ ਨਮਸਕਾਰਾਂ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀਆਂ ਕਰਨਗੇ ਕਿ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਇਹ ਪਾਵਨ ਪਵਿੱਤਰ ਆਪਣਾ ਇਤਿਹਾਸ ਤੁਸੀਂ ਆਪ ਹੀ ਲਿਖਵਾਓ। ਕਵੀ ਜੀ ਨਿਮਰਤਾ ਪੂਰਵਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਮਰਜ਼ਾਦਾ ਨਿਭਾਉਂਦੇ ਹੋਏ ਬਖਸ਼ਿਸ਼ਾਂ ਕਰਦੇ ਨੇ ਸਤਿਗੁਰਾਂ ਦੀ ਮਿਹਰ ਦੇ ਨਾਲ। ਆਓ ਪਿਆਰ ਪੂਰਵਕ ਦੂਸਰੀ ਰਾਸ ਸਤਿਗੁਰਾਂ ਦੇ ਇਤਿਹਾਸ ਦੀ ਆਰੰਭ ਕਰਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਦਾ ਮੰਗਲਾਚਰਨ ਜਿਹੜਾ ਮੂਲ ਮੰਤਰ ਹੈ ਉਸ ਨੂੰ ਸੰਖੇਪ ਵਿੱਚ ਲੈ ਕੇ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਦਾ ਮੰਗਲਾਚਰਨ ਕਵੀ ਜੀ ਲਿਖਦੇ ਨੇ ਇਸ ਰਾਸ ਦੇ ਵਿੱਚ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜਿਹਦੇ ਵਰਗਾ ਦੂਜਾ ਕੋਈ ਨਹੀਂ। ਸਭ ਨੂੰ ਪ੍ਰਕਾਸ਼ਣ ਵਾਲਾ ਉਹ ਹੈ ਅਤੇ ਜਿਹੜਾ ਉਸ ਦਾ ਨਾਮ ਜਪਦਾ ਉਸ ਦੀ ਰੱਖਿਆ ਕਰਦਾ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਤੋਂ ਉਸ ਮਾਲਕ ਇੱਕ ਓਂਕਾਰ ਦੀ ਪ੍ਰਾਪਤੀ ਹੁੰਦੀ ਹੈ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ। ਤੇ ਅਥ ਹੁਣ ਜੋ ਗੁਰ ਪ੍ਰਤਾਪ ਸੂਰਜ ਗ੍ਰੰਥ, ਜੋ ਇਹ ਗ੍ਰੰਥ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਤਾਪ ਦਾ,
ਸੂਰਜ ਵਰਗਾ ਜਿਹੜਾ ਗੁਰੂ ਦਾ ਪ੍ਰਤਾਪ ਹੈ, ਇਸ ਦਾ ਜੋ ਗ੍ਰੰਥ ਹੈ। ਦੁਤੀਏ ਰਾਸ ਲਿਖਿਆ ਤੇ ਹੁਣ ਦੂਸਰੀ ਰਾਸ ਇਸ ਦੀ ਲਿਖੀ ਅਤੇ ਅਸੀਂ ਲਿਖਦੇ ਹਾਂ। ਇਹ ਕਵੀ ਜੀ ਨੇ ਵਰਣਨ ਕੀਤਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਦਸਮ ਦਾ ਮੰਗਲਾਚਰਨ ਕਰਦੇ ਨੇ। ਪਹਿਲੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਜੋ ਸ਼੍ਰੋਮਣੀ ਹੈ, ਜਸ ਵਾਲਾ ਹੈ, ਜਿਹਦੀ ਸਾਰੇ ਪੂਜਾ ਕਰਦੇ ਨੇ, ਵਾਹਿਗੁਰੂ ਪਰਮੇਸ਼ਵਰ ਜੋ ਵਾਹਿਗੁਰੂ ਹੈ, ਉਸ ਦੀ ਸਦਾ ਹੀ ਫਤਿਹ ਹੈ। ਸਵਈਆ ਬੇਦੀ ਬਭੂਖਨ ਬੇਦ ਕੈ ਜਾਹੇ ਕੋ। ਸੋ ਕਵੀ ਜੀ ਧੰਨ ਗੁਰੂ ਨਾਨਕ ਮਹਾਰਾਜ ਦਾ ਮੰਗਲਾਚਰਨ ਸੋ ਜਸ ਕਰਦੇ ਹਨ ਕਿ ਬੇਦੀ ਬਭੂਖਨ। ਕਹਿੰਦੇ ਭਾਈ ਦੇਖੋ, ਵੇਦ ਕੈ ਸਾਰੇ ਹੀ ਇਸ ਗੱਲ ਨੂੰ ਤਾਂ ਜਾਣਦੇ ਨੇ ਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੇਦੀ ਵੰਸ਼ ਦੇ ਭੂਖਣ ਹੋ ਕਰਕੇ ਸੋ ਬੇਦੀ ਵੰਸ਼ ਨੂੰ ਭਾਗ ਲਾਉਣ ਵਾਲੇ ਗੁਰੂ ਸਾਹਿਬ ਜੀ ਹੋਏ ਹਨ। ਸੋ ਜਿਨ੍ਹਾਂ ਨੂੰ ਇਹ ਦੁਨੀਆ ਪਹਿਲੇ ਜਾਣਦੀ ਹੈ, ਉਹ ਹੋਰ ਜਾਣੋ ਅੱਗੇ। ਵੇਦ ਕਹਿ ਨਹਿ ਤੀਨ ਪ੍ਰਸ਼ੇਦੀ। ਚਾਰੇ ਵੇਦ ਜਿਸ ਨੂੰ ਕਹਿੰਦੇ ਨੇ ਕਿ ਜਿਸ ਨੂੰ ਤਿੰਨੇ ਹੀ ਪ੍ਰਸ਼ੇਦ ਨਹੀਂ ਕਰਦੇ ਹਨ। ਦੇਸ ਕਾਲ ਤੇ ਵਸਤੂ ਇਹਦੇ ਵਿੱਚ ਵੰਡਦੇ ਨਹੀਂ ਹਨ, ਜਿਸ ਅਕਾਲ ਪੁਰਖ ਪਰਮੇਸ਼ਵਰ ਨੂੰ। ਇਸ ਪ੍ਰਕਾਰ ਸੋ ਤਿੰਨ ਜਿਹੜੇ ਕਾਲ ਨੇ, ਭੂਤ ਕਾਲ, ਭਵਿੱਖਤ ਕਾਲ ਤੇ ਵਰਤਮਾਨ, ਇਹਨਾਂ ਵਿੱਚ ਜੋ ਵੰਡਿਆ ਨਹੀਂ ਜਾਂਦਾ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੈ, ਵੇਦ ਜਿਹਦਾ ਜਸ ਕਰਦੇ ਨੇ ਸਾਹਿਬ ਗੁਰੂ ਨਾਨਕ ਸਾਹਿਬ ਭਾਈ, ਉਹਦਾ ਰੂਪ ਨੇ। ਭਾਵ ਨਿਰੇ ਬੇਦੀ ਕੁਲ ਦੇ ਵਿੱਚ ਅਵਤਾਰ ਧਾਰਨ ਵਾਲੇ ਹੀ ਨਹੀਂ, ਬਲਕਿ ਜਿਸ ਨੂੰ ਸੋ ਵੇਦ ਬਿਅੰਤ ਕਹਿੰਦੇ ਨੇ, ਉਹ ਅਕਾਲ ਪੁਰਖ ਦਾ ਰੂਪ ਹਨ ਗੁਰੂ ਨਾਨਕ ਸਾਹਿਬ ਜੀ। ਛੇਦੀ ਕੁਚਾਲ ਕੁਚੀਲਨ ਕੀ ਕਲ। ਜੋ ਇਸ ਕਲਯੁਗ ਦੇ ਸਮੇਂ ਵਿੱਚ ਜਿਹੜੇ ਖੋਟੀ ਚਾਲ ਵਿੱਚ ਚੱਲਣ ਵਾਲੇ ਕੁਚਾਲਨ ਲੋਕ ਸਨ, ਜਿਨ੍ਹਾਂ ਦਾ ਆਹਾਰ ਵਿਹਾਰ ਤੇ ਜਿਨ੍ਹਾਂ ਦਾ ਵੇਸ ਤੇ ਆਚਰਣ ਮੈਲਾ ਸੀ, ਇਹੋ ਜਿਹੇ ਮੈਲੇ ਜੀਵਨ ਵਾਲੇ ਕੁਚੀਲ ਜਿਹੜੇ ਸਨ, ਉਹਨਾਂ ਦੀਆਂ ਖੋਟੀਆਂ ਚਾਲਾਂ ਨੂੰ ਮਹਾਰਾਜ ਨੇ ਨਾਸ ਕੀਤਾ ਹੈ। ਨਾਮ ਜਪਾਏ ਕੁਰੀਤਨ ਖੇਦੀ। ਕੁਰੀਤਾਂ ਨੂੰ ਖੇਦ ਨਾਸ ਕੀਤਾ। ਕੁਰੀਤੀਆਂ ਨੂੰ ਪਰਮੇਸ਼ਵਰ ਦਾ ਨਾਮ ਜਪਾ ਕਰਕੇ ਗੁਰੂ ਨਾਨਕ ਸਾਹਿਬ ਨੇ ਇਉਂ ਬਖਸ਼ਿਸ਼ਾਂ ਕੀਤੀਆਂ ਹਨ। ਖੇਦੀ ਨਾ ਹੋਤ ਅਖੇਦ ਉਦੋ ਤੱਕ। ਮੇਰੇ ਸਤਿਗੁਰੂ ਜੀ ਸੁੱਖ ਨੂੰ ਪੈਦਾ ਕਰਨ ਵਾਲੇ ਤੇ ਕਦੇ ਮਹਾਰਾਜ ਦੁਖੀ ਨਹੀਂ ਹੁੰਦੇ ਹਨ। ਭਾਵੇਂ ਕੋਈ ਪੱਥਰ ਮਾਰਦਾ ਹੈ, ਤੇ ਭਾਵੇਂ ਕੋਈ ਗੁਰੂ ਸਾਹਿਬ ਮੱਥੇ ਟੇਕਦਾ ਹੈ, ਤੇ ਭਾਵੇਂ ਗੁਰੂ ਸਾਹਿਬ ਨੂੰ ਕੋਈ ਹੋਰ ਮਾੜੇ ਲਫ਼ਜ਼ ਕਹਿੰਦਾ ਹੈ, ਮੇਰੇ ਹਜੂਰ ਪਾਤਸ਼ਾਹ ਕਦੇ ਦੁਖੀ ਨਹੀਂ ਹੁੰਦੇ। ਅਖੇਰ ਸੁਖ ਦੇ ਦਾਤੇ ਹਨ। ਦੇ ਉਪਦੇਸ਼ ਜੋ ਰੂਪ ਅਭੇਦੀ। ਜੋ ਭੇਦ ਪਾਉਣ ਤੋਂ ਰਹਿਤ ਪਰਮੇਸ਼ਰ ਰੂਪ ਹੈ, ਤੇ ਸਭਨਾਂ ਦੇ ਤਾਈਂ ਉਪਦੇਸ਼ ਦੇ ਕਰਕੇ ਸੁਖ ਬਖਸ਼ਣ ਵਾਲੇ ਗੁਰੂ ਸਾਹਿਬ ਆਨੰਦ ਦੇਣ ਵਾਲੇ ਹਨ। ਭੇਦੀ ਬਨਾਵਤ ਕੈਵਲ ਕੇ ਗੁਰੂ ਨਾਨਕ। ਧੰਨ ਗੁਰੂ ਨਾਨਕ ਪਾਤਸ਼ਾਹ ਜਿਹੜਾ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਉਹਨਾਂ ਨੂੰ ਜੋ ਕੈਵਲ ਮੁਕਤੀ ਹੈ ਉਸ ਦਾ ਭੇਦ ਸਮਝਾ ਦਿੰਦੇ ਨੇ। ਕੈਵਲ ਮੁਕਤੀ ਸਭ ਤੋਂ ਉੱਚ ਅਵਸਥਾ, ਵਾਹਿਗੁਰੂ ਪਰਮੇਸ਼ਵਰ ਵਿੱਚ ਅਭੇਦਤਾ ਦੀ ਜੋ ਅਵਸਥਾ ਪਰਮ ਪਦ ਹੈ, ਮੇਰੇ ਸਤਿਗੁਰੂ ਜੀ ਉਸ ਦੇ ਭੇਤੀ ਬਣਾਉਂਦੇ ਹਨ ਉਪਦੇਸ਼ ਦੇ ਕਰਕੇ ਸਿੱਖਾਂ ਨੂੰ। ਪਾਏ ਪ੍ਰਣਾਮ ਨਿਬੇਦੀ। ਤੋ ਐਸੇ ਸਤਿਗੁਰੂ ਪਾਤਸ਼ਾਹ ਦੇ ਪਾਏ ਚਰਨਾਂ ਕਮਲਾਂ ਤੇ ਕਹਿੰਦੇ ਅਸੀਂ ਨਮਸਕਾਰ ਕਰਦੇ ਹਾਂ, ਬੇਨਤੀਆਂ ਕਰਦੇ ਐਸੇ ਗੁਰੂ ਨਾਨਕ ਸਾਹਿਬ ਨੂੰ ਕਿਰਪਾ ਕਰੋ। ਕਬਿਤ ਅੰਜਨ ਤੇ ਹੀਨ ਸ੍ਰੀ ਨਿਰੰਜਨ ਪਰ ਬੀਨ ਪ੍ਰਭ। ਪ੍ਰਭੂ ਰੂਪ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਿਰੰਜਨ ਜੋ ਸ਼ੁੱਧ ਬ੍ਰਹਮ ਮਾਇਆ ਕਾਲਖ ਤੋਂ ਰਹਿਤ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਜਨ ਵਿਹੀਨ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਜੋ ਹਨ ਸਤਿਗੁਰੂ ਪਾਤਸ਼ਾਹ। ਭੰਜਨ ਪਖੰਡ ਪਾਪ ਗੰਜਨ ਆਨੰਦ ਕਰ। ਪਾਪਾਂ ਨੂੰ ਕੱਟਣ ਵਾਲੇ, ਪਖੰਡਾਂ ਨੂੰ ਦੂਰ ਕਰਨ ਵਾਲੇ ਐਸੇ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਦੀਨੋ ਗਿਆਨ ਅੰਜਨ ਸੋ ਮੰਜਨ ਕੋ ਮੋਹ ਮਲ। ਤੇ ਮੇਰੇ ਸਤਿਗੁਰੂ ਜੀ ਨੇ ਮੋਹ ਦੀ ਮੈਲ ਨੂੰ ਮਾਂਜਣ ਵਾਸਤੇ, ਦੂਰ ਕਰਨ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰੰਜਨ ਕੋ ਜਨ ਜਗ ਭਗਤ ਬਿਲਿੰਦ ਕਰ। ਮਹਾਨ ਭਗਤੀ ਦੇ ਕਰਕੇ ਆਪਣੇ ਪਿਆਰਿਆਂ ਨੂੰ ਮਹਾਰਾਜ ਰੰਜਨ ਆਨੰਦ ਖੁਸ਼ੀਆਂ ਦੇਣ ਵਾਲੇ ਹਨ। ਫੇਰੂ ਨੰਦ ਅੰਗਦ ਸੋ ਸੰਤ ਸ੍ਰੀ ਗੋਬਿੰਦ ਹੈ। ਗੋਬਿੰਦ ਜੋ ਸੁਤੰਤਰ ਰੂਪ ਹੈ, ਫੇਰੂ ਜੀ ਦੇ ਸੁਪੁੱਤਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹਨ। ਮਨਿੰਦ ਚੰਦ ਬਿੰਦ ਜਸ ਦਸਨ ਮੁਕੰਦ ਕਰ। ਦਾਸਾਂ ਨੂੰ ਮੁਕਤੀ ਦੇਣ ਵਾਲੇ
ਮਹਾਨ ਚੰਦਰਮਾ ਦੀ ਨਿਆਈ ਮਹਾਰਾਜ ਸੱਚੇ ਪਾਤਸ਼ਾਹ ਜਸ ਵਾਲੇ ਹਨ। ਪਦ ਅਰ ਬਿੰਦ ਮਕਰੰਦ ਕੋ ਮਨਿੰਦ ਮਨ। ਤੋ ਮਹਾਰਾਜ ਦੇ ਚਰਨਾ ਕਮਲਾਂ ਦੇ ਮਕਰੰਦ ਧੂੜੇ ਦਾ ਆਪਣੇ ਮਨ ਨੂੰ ਭੌਰਾ ਬਣਾ ਕਰਕੇ ਬਿਗਨ ਨਿਕੰਦ ਕਰੋ ਬੰਦਨਾ ਦੁਬੰਦ ਕਰ। ਦੋਵੇਂ ਹੱਥ ਜੋੜ ਕਰਕੇ ਨਮਸਕਾਰ ਕਰਦੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਤੁਹਾਡਾ ਜਸ ਲਿਖਦੇ ਹਾਂ। ਜੋ ਵੀ ਵਿਘਨ ਹਨ ਉਹਨਾਂ ਨੂੰ ਕੱਟ ਕੇ ਦੂਰ ਕਰੋ ਜੀ। ਸੋਰਠਾ ਅਮਰ ਕਰਹਿ ਜਗ ਮਾਹੇ। ਸੰਸਾਰ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਆਪਣਾ ਹੁਕਮ ਚਲਾਇਆ। ਗੁਰੂ ਦਾ ਹੁਕਮ ਚੱਲਦਾ ਹੈ ਕਿ ਜਿਹੜਾ ਹੈ ਸੋ ਨਾਮ ਸੁਨੇ ਸੁਤ ਭਾਨ ਦਰਿਓ। ਮਹਾਰਾਜ ਨੇ ਹੁਕਮ ਚਲਾਇਆ ਜਗਤ ਦੇ ਵਿੱਚ, ਇਹ ਜਮਦੂਤ ਗੋਇੰਦਵਾਲ ਵਿੱਚ ਨਹੀਂ ਵੜਦਾ। ਇਹ ਮੇਰੇ ਸਾਧੂ ਅਮਰ ਹੁਕਮ ਚਲਾਇਆ ਹੈ। ਨਿਤ ਸਹਾਇਤਾ ਲਹਿ ਅਮਰ। ਐਸੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੇ ਸਵਰਗਾਂ ਦੇ ਦੇਵਤੇ ਉਹ ਵੀ ਆਣ ਆਣ ਕੇ ਸਹਾਇਤਾ ਨਿਤ ਲੈਂਦੇ ਆ। ਐਸਾ ਸਮਰੱਥ ਮੇਰਾ ਮਾਲਕ ਸਤਿਗੁਰੂ ਹੈ। ਅਮਰ ਕਹੇ ਜਨ ਜਾਹੇ ਅਮਰ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜਸ ਕਰਦੇ ਹਨ, ਅਮਰ ਪਦਵੀ ਨੂੰ ਪ੍ਰਾਪਤ ਕਰਦੇ ਹਨ। ਨਾਮ ਦੇ ਗੁਰ ਅਮਰ। ਤੇ ਜਿਹਨਾਂ ਨੂੰ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨਾਮ ਦੀ ਦਾਤ ਬਖਸ਼ ਦਿੰਦੇ ਨੇ, ਅਮਰ ਪਦਵੀ ਬਖਸ਼ਦੇ ਹਨ ਉਹਨਾਂ ਨੂੰ। ਚਿੱਤਰ ਪਦਾ ਛੰਦ ਰਾਮ ਸੋ ਦਾਸ ਗੁਰ। ਗੁਰੂ ਸੁਖ ਰਾਸ ਹਰੈ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੋ ਸੁੱਖਾਂ ਦੇ ਖਜ਼ਾਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹਨ। ਹਰੇ ਜਮ ਤਰਾਸ ਰਿਦਾ ਨਿਸਕਾਮ। ਤੋ ਜਿਹਨਾਂ ਨੂੰ ਉਪਦੇਸ਼ ਨਿਸਕਾਮ ਹਿਰਦਾ ਕਰਕੇ ਤੋ ਉਹਨਾਂ ਦਾ ਜਮਾ ਆਦਿਕ ਦਾ ਦੁੱਖ ਹਰੈ ਦੂਰ ਕਰ ਦਿੰਦੇ ਹਨ। ਕਾਮ ਨ ਕਰੋਧ ਵਿਰੋਧ ਨਿਰੋਧ। ਤੇ ਮੇਰੇ ਸਤਿਗੁਰੂ ਜੀ ਦਾ ਸੋ ਨਾ ਕਾਮ ਕ੍ਰੋਧ ਜਿਹੜਾ ਦੇ ਵਿੱਚ ਨਹੀਂ ਹੈ, ਸੋ ਕਿਸੇ ਦਾ ਵਿਰੋਧ ਨਹੀਂ ਹੈ। ਮੇਰੇ ਸਤਿਗੁਰੂ ਜੀ ਸਭ ਨਿਰੋਧ, ਸਭ ਔਗੁਣਾਂ ਨੂੰ ਨਿਰੋਧ ਕਰਦੇ ਰੋਕਣ ਵਾਲੇ ਹਨ। ਸਦਾ ਸੁਧ ਬੋਧ ਸਰੂਪ ਨਿਕਾਮ। ਤਾਂ ਮੇਰਾ ਸਤਿਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਪ੍ਰੇਮ ਸਰੂਪ, ਨਿਕਾਮ ਦਾ ਇੱਥੇ ਅਰਥ ਪ੍ਰੇਮ ਹੈ। ਪ੍ਰੇਮ ਸਰੂਪ ਹਨ, ਸਦਾ ਸੁੰਦਰ ਬੁੱਧ ਦੇ ਦਾਤੇ ਹਨ। ਕਾਮ ਕਰੇ ਜਨ ਸ਼ਾਮ ਪਰੇ। ਤਾਂ ਮੇਰੇ ਜਿਹੜੇ ਵੀ ਮੇਰੇ ਸਤਿਗੁਰੂ ਦੇ ਜਨ ਸ਼ਾਮ ਜਿਹੜੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਸੇਵਕ ਸਿੱਖ ਪੈ ਗਏ, ਸਭ ਉਹਨਾਂ ਦੇ ਕੰਮ ਪੂਰੇ ਕਰਦੇ ਸਤਿਗੁਰੂ ਜੀ। ਤਿੰਨ ਤਾਪ ਹਰੇ ਨਿਤ ਹੋਤ ਅਨਾਮ। ਮੇਰੇ ਸਤਿਗੁਰੂ ਜੀ ਤਿੰਨਾਂ ਹੀ ਤਾਪਾਂ ਨੂੰ ਨਿਵਰਤ ਕਰਕੇ ਅਨਾਮ ਰੋਗਾਂ ਤੋਂ ਰਹਿਤ ਕਰ ਦਿੰਦੇ ਨੇ। ਜਿਹੜਾ ਮਹਾਰਾਜ ਗੁਰੂ ਰਾਮਦਾਸ ਦੀ ਸ਼ਰਨ ਪੈ ਗਿਆ, ਨਾਮ ਜਪੇ ਅਗ ਬ੍ਰਿੰਦ ਖਪੇ। ਜਿਹੜੇ ਧੰਨ ਗੁਰੂ ਰਾਮਦਾਸ ਦਾ ਬਖਸ਼ਿਆ ਨਾਮ ਜਪਦੇ ਨੇ ਜਾਂ ਗੁਰੂ ਸਾਹਿਬ ਦਾ ਨਾਮ ਜਪਦੇ ਨੇ, ਉਹਨਾਂ ਦੇ ਬੇਅੰਤ ਹੀ ਪਾਪ ਜਿਹੜੇ ਖਪ ਜਾਂਦੇ, ਨਾਸ ਹੋ ਜਾਂਦੇ ਹਨ। ਸੋ ਰਪੇ ਹਰ ਰੰਗ ਸਦਾ ਅਬ ਰਾਮ। ਸਦਾ ਹੀ ਸੁੰਦਰ ਸਰੂਪ ਪਰਮੇਸ਼ਰ ਵਿੱਚ ਰਪੇ ਰਾਮ ਰੰਗ ਵਿੱਚ ਰਤੇ ਜਾਂਦੇ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ। ਚੌਪਈ ਸ੍ਰੀ ਸਤਿਗੁਰ ਅਰਜਨ ਕੁਲ ਚੰਦ। ਧੰਨ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਢ ਵੰਸ਼ ਦੇ ਚੰਦਰਮਾ ਸਰੂਪ ਹਨ ਮਹਾਰਾਜ। ਚੰਦਨ ਸਮ ਬਚ ਸੀਤ ਮੁਕੰਦ। ਮੇਰੇ ਸਤਿਗੁਰੂ ਜੀ ਦੇ ਬਚਨ ਜਿਹੜੇ ਨੇ ਮੁਕਤੀ ਦੇਣ ਵਾਲੇ, ਸੋ ਚੰਦਨ ਵਰਗੇ ਸ਼ਾਂਤ ਠੰਡ ਦੇਣ ਵਾਲੇ ਹਨ। ਕੰਦ ਆਨੰਦ ਬਿਮੋਹ ਨਿਕੰਦ। ਵਿਸ਼ੇਸ਼ ਕਰਕੇ ਮੋਹ ਦਾ ਵਿਨਾਸ਼ ਕਰਨ ਵਾਲੇ ਹਨ, ਆਨੰਦ ਦੇ ਦਾਤੇ ਹਨ ਸਤਿਗੁਰੂ ਜੀ। ਕੰਦਲ ਸੁਖਦ ਤਿਨਹੋ ਪਦ ਬੰਦ। ਸਮੂਹ ਸੁੱਖਾਂ ਦੇ ਦਾਤੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਹੈ। ਚੌਪਈ ਵਾਰੀ ਇੱਕ ਧਰ ਦਵੈ ਤਰਵਾਰੀ। ਸੋ ਇੱਕੋ ਹੀ ਵਾਰੀ ਜਿਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ। ਵਾਰੀ ਸਤਰ ਸੈਨ ਬਲਵਾਰੀ। ਵੱਡੀ ਬਲ ਵਾਲੀ ਜਿਹੜੀ ਸੀ ਮੁਗਲਾਂ ਦੀ ਸੈਨਾ, ਉਸ ਨੂੰ ਵਾਰੀ ਵਰਜ ਦਿੱਤਾ ਹੈ ਮਹਾਰਾਜ ਨੇ। ਸੋ ਉਹਨਾਂ ਨੇ ਤਾਂ ਹੀ ਮਾਰ ਦਿੱਤਾ ਹੈ, ਭਜਾ ਦਿੱਤਾ ਹੈ। ਵਾਰੀ ਧਰ ਸਮ ਧੁਨ ਸੁਖ ਵਾਰੀ। ਮੇਰੇ ਸਤਿਗੁਰਾਂ ਦੀ ਧੁਨ ਗਰਜ ਜਿਹੜੀ ਹੈ ਬੱਦਲ ਦੇ ਨਿਆਈ ਸੁਖ ਦੇਣ ਵਾਲੀ ਹੈ ਗਰਜ। ਵਾਰੀ ਗੁਰ ਖਟ ਪਰ ਬਹੁ ਵਾਰੀ। ਮੈਂ ਛੇਵੇਂ ਸਤਿਗੁਰੂ ਪਾਤਸ਼ਾਹ ਤੋਂ ਬਾਰ-ਬਾਰ ਬਲਹਾਰ ਜਾਂਦਾ ਹਾਂ। ਦੋਹਰਾ ਭਵ ਮਹਿ ਭਵ ਕੇ ਰੰਕ ਜੀ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਭਵ ਸੰਸਾਰ ਦੇ ਵਿੱਚ ਜਿਹੜੇ ਜਨਮ ਤੋਂ ਹੀ ਵਿਚਾਰੇ ਕੰਗਾਲ ਸਨ, ਭਵ ਸਮ ਹੋਏ ਕਿਰਪਾਲ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕੀਤੀ, ਪਰਮੇਸ਼ਵਰ ਦੀ ਨਿਆਈ ਕਿਰਪਾਲੂ ਹੋਈ ਉਹਨਾਂ। ਸੋ ਰੱਬ ਦੀ ਨਿਆਈ ਮਿਹਰਾਂ ਕੀਤੀਆਂ। ਮੇਰੇ ਤਾਂ ਇਹ ਇਸ਼ਾਰਾ ਹੈ ਕਿ ਧੰਨ ਮੇਰੇ ਸਤਿਗੁਰੂ ਸਾਹਿਬ ਗੁਰੂ ਹਰਰਾਏ ਸਾਹਿਬ ਜੀ ਜਦੋਂ ਸੋ ਗਏ ਨੇ ਗੁਰੂਸਰ ਮਹਾਰਾਜ ਦੇ ਇਲਾਕੇ ਦੇ ਵਿੱਚ, ਇੱਥੇ ਭਾਈ ਕਾਲਾ ਸੀ, ਤੋ ਇਸ ਦਾ ਭਰਾ ਚੜ੍ਹਾਈ ਕਰ ਗਿਆ। ਇਸ ਦੇ ਭਤੀਜੇ ਵਿਚਾਰੇ ਜਿਹੜੇ ਗਲੋਂ ਨੰਗੇ ਢਿੱਡੋਂ ਭੁੱਖੇ ਸਨ, ਤੇ ਸਤਿਗੁਰੂ ਦੇ ਚਰਨਾਂ ਵਿੱਚ ਦੋਨਾਂ ਭਤੀਜਿਆਂ ਨੂੰ ਲੈ ਕਰਕੇ
ਸੋ ਜਿਸ ਵੇਲੇ ਗਿਆ ਤੇ ਇਹਨੇ ਸਿਖਾਇਆ ਸੀ ਵੀ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਤੁਸੀਂ ਢਿੱਡ ਵਜਾਓ, ਢਿੱਡ ਤੇ ਹੱਥ ਮਾਰ। ਅੰਤਰਜਾਮੀ ਸਤਿਗੁਰੂ ਦੇ ਪਾਸ ਜਦੋਂ ਇਹਨਾਂ ਨੇ ਜਾ ਕਰਕੇ ਸੋ ਢਿੱਡ ਵਜਾਏ ਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਭਾਈ ਕਾਲਿਆ ਇਹ ਬੱਚੇ ਕੀ ਕਹਿੰਦੇ ਆ? ਕਹਿੰਦਾ ਮਹਾਰਾਜ ਮੇਰਾ ਭਰਾ ਚੜ੍ਹਾਈ ਕਰ ਗਿਆ ਸੀ ਤੇ ਇਹ ਉਸ ਦੇ ਬੱਚੇ ਹਨ ਤੇ ਮਹਾਰਾਜ ਮੈਂ ਇਹਨਾਂ ਦੀ ਪਾਲਣਾ ਕਰਦਾ, ਢਿੱਡੋਂ ਭੁੱਖੇ ਨੇ, ਤੁਹਾਡੇ ਕੋਲ ਰੋਟੀ ਮੰਗਣ ਆਏ। ਦੇਖੋ ਮੇਰੇ ਗੁਰੂ ਹਰਿਰਾਏ ਸਾਹਿਬ ਜੀ ਦੀ ਬਰਕਤ। ਤੇ ਹਜ਼ੂਰ ਕਹਿੰਦੇ ਚੰਗਾ, ਕਹਿੰਦੇ ਇਹ ਸੰਦਲੀ ਤੇ ਲੋਹੀਆ, ਇਹ ਦੋ ਇਹਨਾਂ ਦੇ ਨਾਮ ਸਨ। ਕਹਿੰਦੇ ਫਿਰ ਫਿਕਰ ਨਾ ਕਰ, ਗੁਰੂ ਨਾਨਕ ਦੇ ਘਰੋਂ ਜੇ ਇਹ ਆਪਣੀ ਸੋ ਭੁੱਖ ਦੀ ਪੂਰਤੀ ਵਾਸਤੇ ਜੇ ਦਾਤ ਮੰਗਦੇ ਆ ਨਾ, ਤੇ ਇਹ ਰਾਜੇ ਮਹਾਰਾਜੇ ਹੋਣਗੇ, ਜਮਨਾ ਤੱਕ ਘੋੜੇ ਪਾਣੀ ਪੀਣਗੇ ਨਾ ਰਾਜਿਆਂ ਦਾ। ਉਹ ਫਿਰ ਨਾਭੇ ਤੇ ਪਟਿਆਲੇ ਦੇ ਰਾਜੇ ਹੋਏ ਭਾਈ ਸੰਦਲਾ ਤੇ ਲੋਹੀ, ਭਾਈ ਸੰਦਲੀ ਤੇ ਲੋਹੀਆ, ਇਹ ਭਾਈ ਕਾਲਾ ਗੁਰੂ ਸਰ ਮਹਾਰਾਜ। ਸੋ ਜਿਹੜੇ ਇਸ ਪ੍ਰਕਾਰ ਸੋ ਇਹ ਵਿਚਾਰੇ ਟੱਪਰੀ ਵਾਸਾਂ ਦੇ ਨਹੀਂ ਵਸਦੇ ਸਨ, ਸ਼ਰੀਕ ਇਹਨਾਂ ਨੂੰ ਵਸਣ ਨਹੀਂ ਸੀ ਦਿੰਦੇ। ਤੇ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਸਹਾਇਤਾ ਕੀਤੀ ਸੀ ਤੇ ਜੈਤ ਪੁਰਾਣੇ ਦਾ ਨਾਸ ਕਰਵਾਇਆ ਸੀ, ਜਿਹੜਾ ਬੜਾ ਭਾਰੀ ਜ਼ੁਲਮੀ ਸੀ, ਜ਼ਾਲਮ ਸੀ। ਉਹ ਇਹਨਾਂ ਨੂੰ ਵਸਣ ਨਹੀਂ ਸੀ ਦਿੰਦਾ, ਧੀਆਂ ਭੈਣਾਂ ਦੀ ਇੱਜ਼ਤ ਨਹੀਂ ਸੀ ਰਹਿਣ ਦਿੰਦਾ। ਤੇ ਸਤਿਗੁਰੂ ਨੇ ਕਿਹਾ ਭਾਈ ਫਿਰ ਤੁਸੀਂ ਬਲ ਧਾਰੋ, ਮਦਦ ਕਰਾਂਗੇ ਜਿੱਤ ਤੁਹਾਡੀ। ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚ ਇਹ ਮੇਰੇ ਸਤਿਗੁਰੂ ਨੇ ਬਰਕਤਾਂ ਬਖਸ਼ੀਆਂ ਹਨ। ਪਾਲਕ ਪ੍ਰਿਥਵੀ ਕੇ ਕਰੇ, ਮੇਰੇ ਸਤਿਗੁਰ ਪਾਲਕ ਪ੍ਰਿਥਵੀ ਦੇ ਰਾਜੇ ਬਣਾਤੇ। ਜੋ ਜਨਮ ਤੋਂ ਰੰਕ ਕੰਗਾਲ ਸਨ ਉਹਨਾਂ ਨੂੰ ਰਾਜੇ ਬਣਾਇਆ ਗੁਰੂ ਹਰਿਰਾਏ ਸਾਹਿਬ ਨੇ। ਸ੍ਰੀ ਹਰਿ ਰਾਏ ਰਸਾਲ, ਧੰਨ ਮੇਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਰਸਾਲ ਐਸੇ ਮਹਾਨ ਸੁੰਦਰ ਹਨ ਜੀ। ਸੋਰਠਾ ਸਭ ਦਰਸ਼ਨ ਕੋ ਸਾਰ, ਸਾਰੇ ਹੀ ਦਰਸ਼ਨ ਜਿਨੇ ਧਰਮ ਸ਼ਾਸਤਰ, ਜਿੰਨੇ ਧਰਮ ਗ੍ਰੰਥ ਨੇ ਸ਼ਾਸਤਰ, ਉਹਨਾਂ ਸਾਰਿਆਂ ਹੀ ਧਰਮ ਗ੍ਰੰਥਾਂ ਦਾ ਸਾਰ ਜੋ ਤਤ ਹੈ। ਦਰਸ਼ਨ ਪਰਸਨ ਤੇ ਲਹਿ, ਧੰਨ ਗੁਰੂ ਹਰਿ ਕ੍ਰਿਸ਼ਨ ਸੰਭਾਲਾ ਪ੍ਰੀਤਮ ਸਦ। ਦਰਸ਼ਨ ਕਰਨ ਦੇ ਨਾਲ ਕਹਿੰਦੇ ਸਾਰੇ ਹੀ ਗਿਆਨ ਪ੍ਰਾਪਤ ਹੋ ਜਾਂਦੇ ਨੇ। ਸੱਜੋ ਝੀਵਰ, ਜਨਮ ਤੋਂ ਗੁੰਗਾ ਤੇ ਬੋਲਾ, ਤੇ ਮੇਰੇ ਸਤਿਗੁਰੂ ਨੇ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਕਰਕੇ ਸੋ ਲਾਲ ਚੰਦ ਪੰਡਤ ਦੇ ਨਾਲ ਚਰਚਾ ਕਰਵਾ ਕਰਕੇ ਹਰਾ ਦਿੱਤਾ ਸੀ ਉਹਨਾਂ ਨੂੰ ਧਰਮ ਸ਼ਾਸਤਰਾਂ ਦੇ ਗਿਆਨ ਦੇ ਵਿੱਚ। ਐਸੇ ਸਮਰੱਥ ਮੇਰੇ ਗੁਰੂ ਹਰਿ 8ਵੇਂ ਪਾਤਸ਼ਾਹ ਮੇਰੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਹਾਥ ਸੁਦਰਸ਼ਨ ਧਾਰ, ਜਿਨ੍ਹਾਂ ਨੇ ਆਪਣੇ ਹੱਥ ਵਿੱਚ ਸੁਦਰਸ਼ਨ ਚੱਕਰ ਦੀ ਨਿਆਈ ਆਪਣੀ ਫੁੱਲਾਂ ਵਾਲੀ ਛੋਟੀ ਧਾਰਨ ਕੀਤੀ ਸੀ। ਸ੍ਰੀ ਹਰਿਕ੍ਰਿਸ਼ਨ ਸੋ ਬੰਦਨਾ, ਐਸੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਹੱਥ ਜੋੜ ਕਰਕੇ ਨਮਸਕਾਰ ਕਰਦੇ ਹਾਂ, ਜਿਨ੍ਹਾਂ ਨੇ ਮਹਾਰਾਜ ਨੇ ਛੋਟੀ ਸਿਰ ਤੇ ਰੱਖ ਕੇ ਗੂੰਗਿਆਂ ਤੋਂ ਗਿਆਨ ਕਰਵਾ ਦਿੱਤਾ। ਸਵਈਆ ਮਾਨਸ ਤੀਰ ਮਰਾਲ ਬਿਰਾਜਿਤ, ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸੇ ਸਮਰੱਥ ਮੇਰੇ ਗੁਰੂ ਹਨ। ਕਹਿੰਦੇ ਮਾਨ ਸਰੋਵਰ ਤੇ ਹੰਸ ਵਿਰਾਜਦੇ। ਮਾਨ ਸਰੋਵਰ ਤੇ ਹੰਸ ਜਿਵੇਂ ਘੇਰਾ ਪਾ ਕੇ ਉੱਥੇ ਬੈਠੇ ਰਹਿੰਦੇ, ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਸੁੱਚੇ ਮੋਤੀ ਹੈ। ਤੇ ਜਿਸ ਤਰੀਕੇ ਨਾਲ ਮਾਨ ਸਰੋਵਰ ਤੇ ਹੰਸ ਟਿਕਦੇ ਹਨ, ਤਿਉ ਸਿੱਖ ਸ੍ਰੀ ਗੁਰ ਤੇਗ ਬਹਾਦਰ, ਇਉਂ ਇਹੋ ਜਿਹੇ ਹੰਸਾਂ ਵਰਗੇ ਤਤ ਮੇਤੇ ਸੋ ਬ੍ਰਹਮ ਗਿਆਨੀ ਗੁਰਸਿੱਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚੌਗਿਰਦੇ ਹਰ ਵੇਲੇ ਟਿਕੇ ਰਿਹਾ ਕਰਦੇ ਸਨ। ਮਾਨਸ ਮੈਂ ਧਰ ਧਿਆਨ ਨਮੋ ਕਰ, ਤੋ ਇਸ ਵਾਸਤੇ ਕਹਿੰਦੇ ਮੈਂ ਮਨ ਵਿੱਚ ਐਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਧਿਆਨ ਧਾਰਨ ਕਰਕੇ ਮੱਥਾ ਟੇਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਰਾਖਬ ਧਰਮ ਵਿਸਾਲ ਬਹਾਦਰ, ਐਸੇ ਮਹਾਰਾਜ ਬਹਾਦਰ ਨੇ ਜਿਨ੍ਹਾਂ ਨੇ ਧਰਤੀ ਤੇ ਧਰਮ ਜਿਹੜਾ ਹੈ ਰੱਖਿਆ ਕੀ, ਤਿਲਕ ਜੰਜੂ ਦੀ ਰੱਖਿਆ ਕਰਕੇ ਧਰਮ ਜਿਹੜਾ ਟਿਕਾਇਆ ਮਹਾਰਾਜ ਨੇ। ਮਾਨਸ ਦਾਹਨ ਜੇ ਬਿਦ ਦਾਹਨ, ਤੇ ਜਿਨ੍ਹਾਂ ਦੇ ਦਾਹਨ ਸੱਜੇ ਪਾਸੇ ਪੱਖ ਵਿੱਚ ਗੁਰੂ ਸਾਹਿਬ ਹੋਣ, ਕਹਿੰਦੇ ਬ੍ਰਹਮਾ ਵੀ ਉਹਨਾਂ ਦਾ ਪੱਖ ਕਰਨ ਲੱਗ ਪੈਂਦਾ ਹੈ, ਹੁਕਮ ਵਿੱਚ ਚੱਲਦਾ ਹੈ। ਦਾਹਨ ਦੋਸਨ ਹੋਤ ਸੋ ਹਾਦਰ, ਤੇ ਮਹਾਰਾਜ ਦੋਸ਼ਾਂ ਨੂੰ ਵਿਨਾਸ਼ ਕਰਦੇ ਨੇ। ਤੇ ਜਿੱਥੇ ਵੀ ਕੋਈ ਸੇਵਕ ਹਾਜ਼ਰ ਕਰੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੇ, ਯਾਦ ਕਰੇ, ਉੱਥੇ ਗੁਰੂ ਹਾਜ਼ਰ ਹੁੰਦੇ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਏ, ਮਾਨ ਸਹੀ ਜਿਮ ਸੀਖ ਕਹੀ, ਤੇ ਕਹਿੰਦੇ ਨੇ ਪਿਆਰੇ ਗੁਰਸਿੱਖ ਜਿਵੇਂ ਸਿੱਖਿਆ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ, ਨਿਸ਼ਚੈ ਕਰਕੇ ਉਸ ਨੂੰ ਮਨ ਵਿੱਚ ਮੰਨ ਲੈ ਤੂੰ। ਸਤਨਾਮ ਭਜੋ ਮਿਲ ਸੰਤ ਮਹਾਦਰ, ਤੋ ਜਿਹੜੇ ਇਸ ਪ੍ਰਕਾਰ ਸਤਿਗੁਰਾਂ ਦੀ ਸਤ ਸੰਗਤ ਹੈ, ਮਹਾਦਰ ਸਭ ਤੋਂ ਵੱਡਾ ਦਰ ਹੈ ਮੇਰੇ ਸਤਿਗੁਰੂ ਜੀ ਦਾ। ਤੋ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੋ ਮਨ ਕਰਕੇ ਆਪਣਾ ਉਧਾਰ ਕਰ ਲਿਆ ਪਿਆਰੇ। ਚੌਪਈ ਵਾਰਾ ਤੁਰਕਨ ਤੇਜ ਅਪਾਰਾ, ਧੰਨ ਮੇਰੇ ਦਸਮ ਪਾਤਸ਼ਾਹ ਮਹਾਰਾਜ।
ਤੁਰਕਾਂ ਦਾ ਵੱਡਾ ਭਾਰੀ ਜਿਹੜਾ ਤੇਜ ਪ੍ਰਤਾਪ ਸੀ ਮਹਾਰਾਜ ਨੇ ਵਰਜ ਦਿੱਤਾ, ਭਜਾ ਦਿੱਤਾ, ਨਾਸ ਕੀਤਾ ਹੈ। ਪਾਰਾ ਧਰਮ ਹਿੰਦ ਵਿਸਤਾਰਾ, ਹਿੰਦੂ ਧਰਮ ਦਾ ਫੈਲਾਓ ਕੀਤਾ, ਧਰਮ ਦੀ ਰੱਖਿਆ ਕੀਤੀ, ਮੇਰੇ ਸਤਿਗੁਰੂ ਨੇ ਵਿਸਥਾਰ ਕੀਤਾ ਹੈ। ਤਾਰਾ ਦਾਸ ਬਿਰਦ ਸੰਭਾਰਾ, ਆਪਣੇ ਬਿਰਦ ਨੂੰ ਸੰਭਾਲਦਿਆਂ ਹੋਇਆਂ ਸੇਵਕਾਂ ਨੂੰ ਤਾਰ ਦਿੱਤਾ ਭਵਜਲ ਤੋਂ। ਭਾਰਾ ਜਸ ਕਲਗੀ ਧਰਵਾਰਾ, ਧੰਨ ਮੇਰੇ ਕਲਗੀਆਂ ਵਾਲੇ ਦਾ ਭਾਰੀ ਜਸ ਪਾਈ ਦੁਨੀਆ ਵਿੱਚ ਹੋਇਆ। ਨਮਸਕਾਰ ਕਰੀਏ ਸਤਿਗੁਰਾਂ ਨੂੰ। ਹਾਨੀ ਗਨ ਬਿਗਨੋ ਸੁਖਦਾਨੀ, ਧੰਨ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਸਾਂ ਗੁਰੂਆਂ ਦਾ ਮੰਗਲ ਹੈ। ਮੇਰੇ ਧੰਨ ਸਤਿਗੁਰਾਂ ਦੀ ਪਵਿੱਤਰ ਬਾਣੀ ਸਾਰੇ ਵਿਘਨਾਂ ਨੂੰ ਨਾਸ਼ ਕਰਨ ਵਾਲੀ ਹੈ। ਦਾਨੀ ਜਿਸ ਹੈ ਸਰਾਹੇ ਸਮਾਨੀ, ਜਿਹੜੇ ਇਸ ਪ੍ਰਕਾਰ ਮਹਾਰਾਜ ਦੀਆਂ ਸਿਫਤਾਂ ਕਰਦੇ ਬਾਣੀ ਦੀਆਂ, ਉਹਨਾਂ ਨੂੰ ਸੁੱਖਾਂ ਦੀਆਂ ਦਾਤਾਂ ਬਖਸ਼ਣ ਵਾਲੀ ਹੈ। ਮਾਨੀ ਤੀਨ ਲੋਕ ਸਰਬਾਨੀ, ਸਭ ਲੋਕਾਂ ਨੇ ਇਸ ਪ੍ਰਕਾਰ ਤਿੰਨਾਂ ਲੋਕਾਂ ਵਿੱਚ ਮਹਾਰਾਜ ਦੀ ਬਾਣੀ ਨੂੰ ਮੰਨਿਆ ਹੈ। ਬਾਣੀ ਸਿਮਰ ਸੁਮਤ ਮਹਾਨੀ, ਤੇ ਮੇਰੇ ਸਤਿਗੁਰੂ ਜੀ ਦੀ ਸੋਹਣੀ ਮਤ ਦੇਣ ਵਾਲੀ ਪਵਿੱਤਰ ਬਾਣੀ ਨੂੰ ਮੰਨ ਲੈ ਹੈ ਪਿਆਰੇ। ਚੌਪਈ ਸਾਰਦ ਬਰਦਾ ਸੁਮਤ ਵਿਸਾਰਦ। ਤੇ ਹੁਣ ਕਵੀ ਜੀ ਹੁਣ ਕਵੀਆਂ ਦੀ ਮਰਜ਼ਾਦਾ ਪਾਲਦੇ, ਪਹਿਲਾਂ ਆਪਣਾ ਨਿਸ਼ਚਾ ਦਸਾਂ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਟਿਕਾ ਲਿਆ ਹੈ। ਹੁਣ ਕਿਉਂਕਿ ਕਵੀ ਹਨ, ਕਵੀ ਮਰਜ਼ਾਦਾ ਵਾਸਤੇ ਕਹਿੰਦੇ ਜੋ ਸਾਰਦਾ ਸੁਰਸਤੀ ਹੈ, ਸੋਹਣੇ ਬਰਾਂ ਦੀ ਦਾਤੀ ਹੈ। ਸਾਰਦ ਚੰਦ ਬਦਨ ਤੇ ਭਾਰਦ, ਸੋ ਇਸ ਪ੍ਰਕਾਰ ਜਿਸ ਦੀ ਬੜੀ ਭਾਰੀ ਸ਼ੋਭਾ ਜਿਹੜੀ ਹੈ ਉਹ ਚੰਦਰਮਾ ਨੂੰ ਰੱਦ ਕਰਨ ਵਾਲੀ ਹੈ, ਭਾਰੀ ਸ਼ੋਭਾ ਵਾਲੀ ਉਹ ਸੁਰਸਤੀ ਹੈ। ਭਾਰਦ ਬਰਨੀ ਤਨ ਦੁਤ ਨਾਰਦ, ਜਿਸ ਦੀ ਸਰੀਰ ਦੀ ਸੁੰਦਰਤਾ ਨਾਰਦ ਵਰਗੀ, ਚਿੱਟਾ ਰੰਗ ਹੈ ਇਸ ਦਾ, ਤੇ ਪਾਰੇ ਵਰਗੀ ਸ਼ੋਭਾ ਹੈ, ਇਸ ਪ੍ਰਕਾਰ ਚਮਕਦੀ ਹੈ ਉਸ ਦੀ। ਦਾਰਦ ਹਰਤਾ ਦਾਸਨ ਸਾਰਦ, ਦਾਸਾਂ ਨੂੰ ਸਾਰ ਸੁਖ ਦੀ ਦਾਤੀ ਹੈ, ਦਰਿਦਰ ਨੂੰ ਦੂਰ ਕਰਨ ਵਾਲੀ ਹੈ। ਦੋਹਰਾ ਕਰ ਸਭ ਹਨ ਪਦ ਬੰਦਨਾ, ਤੋ ਕਵੀ ਜੀ ਕਹਿੰਦੇ ਸਾਰਿਆਂ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਧਰ ਪਰ ਧਰ ਕਰ ਸੀਸ, ਧਰਤੀ ਤੇ ਆਪਣਾ ਸੀਸ ਧਰ ਕਰਕੇ ਨਮਸਕਾਰ ਕਰਦਾ ਸਾਰੇ ਸਤਿਗੁਰਾਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਸੁਰਸਤੀ ਨੂੰ। ਰਚੋ ਕਥਾ ਸਤਿਗੁਰੂ ਕੀ, ਹੁਣ ਮੈਂ ਸਤਿਗੁਰੂ ਪਾਤਸ਼ਾਹ ਦੀ ਕਥਾ ਦੀ ਰਚਨਾ ਕਰਦਾ ਹਾਂ, ਸੁਣੋ। ਬਿਗਨ ਹਰੋ ਜਗਦੀਸ਼, ਤੇ ਮਹਾਰਾਜ ਜਗਦੀਸ਼ ਪਰਮੇਸ਼ਵਰ ਸਾਰੇ ਵਿਘਨ ਤੁਹਾਡੇ ਦੂਰ ਕਰੂਗਾ। ਕਥਾ ਸੁਣੋ ਤੁਸੀਂ। ਸ੍ਰੀ ਨਾਨਕ ਅੰਗਦ ਗੁਰੂ, ਧੰਨ ਸ੍ਰੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਗੁਰੂ ਸਾਹਿਬ ਜੀ। ਅਮਰਦਾਸ ਬਿਰਤਾਂਤ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸ ਦੇ ਪ੍ਰਸੰਗ ਜੋ ਹਨ। ਰਚਿਓ ਛੰਦ ਸੁੰਦਰ ਬਿਖੈ, ਸੋਹਣੇ ਸੁੰਦਰ ਛੰਦਾਂ ਵਿੱਚ ਮੈਂ ਰਚਨਾ ਕੀਤੀ, ਕਵੀ ਜੀ ਆਖਦੇ ਨੇ। ਸੁਨਿਓ ਪਠਿਓ ਜਿਸ ਭਾਂਤ, ਤੁਸੀਂ ਜਿਸ ਤਰ੍ਹਾਂ ਸੁਣਿਆ ਤੇ ਪੜ੍ਹਿਆ ਹੈ ਨਾ ਪਿੱਛੇ, ਕਹਿੰਦੇ ਉਹ ਮਹਾਰਾਜ ਤਿੰਨਾਂ ਸਤਿਗੁਰਾਂ ਦੀ ਕਥਾ ਮੈਂ ਬਿਆਨ ਕੀਤੀ ਹੈ। ਤੀਨ ਗੁਰਨ ਕੀ ਕਥਾ ਰਚ, ਤਿੰਨਾਂ ਗੁਣਾਂ ਦੀ ਕਥਾ ਰਚ ਕਰਕੇ ਇਹ ਜਥਾ ਮਤ ਮੋਹੇ, ਇਹੋ ਜਿਹੀ ਕਹਿੰਦੇ ਮੈਨੂੰ ਮਤ ਸਮਤ ਗੁਰੂ ਨੇ ਬਖਸ਼ੀ, ਉਹਦੇ ਅਨੁਸਾਰ ਰਚੀ ਹੈ। ਅਵ ਚਤੁਰਥ ਅਵਤਾਰ ਕੀ, ਹੁਣ ਧੰਨ ਚੌਥੇ ਅਵਤਾਰ ਗੁਰੂ ਮਹਾਰਾਜ ਜੋ ਹਨ, ਜੋ ਕਰਹੁ ਜਿਸ ਵਿਦ ਹੋਹੇ, ਤੇ ਜਿਸ ਤਰੀਕੇ ਨਾਲ ਉਹਨਾਂ ਦੀ ਕਥਾ ਹੈ, ਹੁਣ ਕਹਿੰਦੇ ਮੈਂ ਉਹਦੀ ਰਚਨਾ ਕਰਦਾ ਹਾਂ। ਸਭ ਸੰਤਨ ਆਗੇ ਕਰੂੰ, ਸਾਰੇ ਹੀ ਸੰਤਾਂ ਮਹਾਂਪੁਰਸ਼ਾਂ ਦੇ ਅੱਗੇ ਕਰੂੰ ਬਿਨਤੀ ਗਿਣਤੀ ਸ਼ੋਰ, ਸਭ ਗਿਣਤੀਆਂ ਮਿਣਤੀਆਂ ਛੱਡ ਕੇ ਮੈਂ ਬੇਨਤੀਆਂ ਕਰਦਾ ਹਾਂ ਜੀ। ਸ਼ੋਰ ਕਥਾ ਹੋਏ ਅੰਤ ਲਓ, ਸਾਰੇ ਸੰਤਾਂ ਨੂੰ ਬੇਨਤੀ ਕਰਦਾ ਮੇਰੀ ਸਹਾਇਤਾ ਕਰੋ ਕਿ ਮੈਂ ਸ਼ੋਰ ਲਗਾਤਾਰ ਮੁੱਢ ਤੋਂ ਲੈ ਕੇ ਗੁਰੂ ਸਾਹਿਬਾਂ ਦੀ ਕਥਾ ਲਿਖਾਂ। ਬੰਦੋ ਜੋਗ ਕਰ ਜੋਰ, ਉਹਨਾਂ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਤੇ ਹੱਥ ਜੋੜ ਕਰਕੇ ਨਮਸਕਾਰ ਕਰਦਾ ਹਾਂ, ਕਿਉਂਕਿ ਧੰਨ ਮੇਰੇ ਸਤਿਗੁਰੂ ਜੀ ਦੇ ਬ੍ਰਹਮ ਗਿਆਨੀ ਗੁਰਸਿੱਖ ਜਿਹੜੇ ਨੇ ਉਹ ਬਰਕਤਾਂ ਬਖਸ਼ਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰੂ ਦੇ ਸਾਜੇ ਨਿਵਾਜੇ ਟਕਸਾਲ ਦੇ ਜਥੇਦਾਰ ਸੋ ਭਾਈ ਸੰਤ ਸਿੰਘ ਜੀ, ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ, ਇਸ ਵਾਸਤੇ ਕਦੇ ਵੀ ਨਹੀਂ ਭੁੱਲਦੇ ਹਨ ਉਹਨਾਂ ਸੰਤਾਂ ਮਹਾਂਪੁਰਖਾਂ ਦਾ ਜਸ ਕਰਨਾ। ਨਿਰਾਜ ਛੰਦ ਸੋ ਰਾਮ ਰਾਮ ਨਾਮ ਮੈਂ ਅਭੇਦਤਾ ਲਿਖਾਈਐ। ਹੁਣ ਕਵੀ ਜੀ ਕਹਿੰਦੇ ਨੇ ਮੈਂ ਕਥਾ ਸ਼ੁਰੂ ਕਰਨ ਲੱਗਾ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ, ਪਰ ਕਹਿੰਦੇ ਨੇ ਇਉਂ ਦੇਖ ਲਓ ਮੈਂ ਕਥਾ ਗੁਰੂ ਰਾਮਦਾਸ ਦੀ ਸ਼ੁਰੂ ਕੀਤੀ ਹੈ, ਇਹਨੂੰ ਰਾਮਚੰਦ ਦੀ ਕਥਾ ਨਾ ਸਮਝ। ਕਹਿੰਦੇ ਰਾਮ ਰਾਮ ਨਾਮ ਤਾਂ ਇਹ ਬਰਾਬਰ ਹੈ, ਤਥਾ ਸਰੂਪ ਏਕ ਹੈ ਸੰਦੇਹ ਨਾ ਉਠਾਈਐ। ਕੋਈ ਵੀ ਇਸ ਪ੍ਰਕਾਰ ਸ਼ੱਕ ਨਾ ਕਰੋ, ਮੇਰੇ ਸਤਿਗੁਰੂ ਜੀ ਦਾ ਸਰੂਪ ਜਿਹੜਾ ਇਸ ਤਰ੍ਹਾਂ ਹੈ। ਮਹੀਪ ਰੂਪ ਹੋਣ ਤੇ ਸੋ ਚੰਦ ਸੰਗ ਭਾਖੀਐ। ਕਹਿੰਦੇ ਨੇ ਉਹ ਰਾਜੇ ਸਨ, ਇਸ ਲਈ ਉਹਨੂੰ ਰਾਮਚੰਦ ਕਿਹਾ ਜਾਂਦਾ ਹੈ। ਜਨਾਵਤਾਰ ਇਹ ਭਏ ਤੋ ਦਾਸ ਨਾਮ ਆਖੀਐ। ਤੇ ਗੁਰੂ ਰਾਮਦਾਸ ਜੀ ਭਗਤੀ ਦਾ ਅਵਤਾਰ ਹੋਏ ਨੇ, ਇਹਨਾਂ ਨੂੰ ਰਾਮਦਾਸ ਤਾਂ ਕਿਹਾ। ਫਰਕ ਦਿਖਾ ਰਹੇ ਨੇ, ਕੋਈ ਇਹ ਭੁਲੇਖਾ ਨਾ ਸਮਝੇ।
ਧੰਨ ਮੇਰੇ ਸਤਿਗੁਰੂ ਰਾਮਦਾਸ ਜੀ ਦਾ ਜਸ ਕਰਦੇ ਹਾਂ ਅਸੀਂ। ਸੋਰਠਾ ਭਗਤ ਦੇਹ ਅਵਤਾਰ ਜਾਂਤੇ, ਤੇ ਮੇਰੇ ਸਤਿਗੁਰੂ ਜੀ ਨੇ ਭਗਤੀ ਦਾ ਅਵਤਾਰ ਧਾਰਿਆ ਸਰੀਰ ਜਿਹੜਾ ਹੈ। ਜਾਂਤੇ ਰਾਮ ਸੋ ਦਾਸ ਕਹੈ, ਇਸ ਵਾਸਤੇ ਰਾਮਦਾਸ ਕਿਹਾ ਮਹਾਰਾਜ ਦਾ ਨਾਮ। ਰਾਜਾ ਰਾਮ ਉਦਾਰ ਰਾਮਚੰਦ ਕਹਿਬੋ ਬਨੇ, ਤੇ ਉਹ ਰਾਜੇ ਹੋਏ ਨੇ, ਇਸ ਵਾਸਤੇ ਉਹਨੂੰ ਰਾਮਚੰਦ ਕਹਿਣਾ ਬਣਦਾ ਹੈ। ਚਉਪਈ ਸ੍ਰੀ ਗੁਰ ਅਮਰਦਾਸ ਕੇ ਪਾਛੇ, ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਸੋਢੀ ਬੰਸ ਵਿਭੂਖਣ ਆਛੇ, ਭਲੀ ਪ੍ਰਕਾਰ ਜੋ ਸੋਢੀ ਵੰਸ਼ ਦੇ ਵਿਭੂਖਣ ਗਹਿਣਾ ਰੂਪ ਹੋਏ ਸਤਿਗੁਰੂ ਰਾਮਦਾਸ ਜੀ। ਸਿੰਘਾਸਨ ਬੈਠੇ ਗੁਰ ਪੂਰੇ, ਮੇਰੇ ਪੂਰਨ ਸਤਿਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੋਭਨੀਕ ਹੋਏ ਹਨ। ਮਾਇਆ ਤੇ ਅਲੇਪ ਗੁਣ ਰੂਰੇ, ਮੇਰੇ ਸਤਿਗੁਰੂ ਜੀ ਸੁੰਦਰ ਗੁਣਾ ਦੇ ਮਾਲਕ ਹਨ, ਮਾਇਆ ਤੋਂ ਨਿਰਲੇਪ ਹਨ। ਗੁਰਤਾ ਰਥ ਅਰੂਢ ਬੋ ਕਰੇ, ਗੁਰਤਾ ਰੂਪ ਜੋ ਗੱਦੀ ਦਾ ਰਥ ਹੈ ਉਹਦੇ ਤੇ ਸਵਾਰ ਹੋਏ ਹਨ। ਚੌਥੋ ਸੂਰਜ ਜਨ ਨਭ ਚਰੇ, ਤੇ ਕਹਿੰਦੇ ਇਉਂ ਸਮਝੋ ਆਕਾਸ਼ ਵਿੱਚ ਚੌਥਾ ਸੂਰਜ ਚੜਿਆ ਗੁਰੂ ਰਾਮਦਾਸ ਮਹਾਰਾਜ। ਅਜਮਤ ਜੁਤ ਅਨੇਕ ਸਿੱਖ ਉਡਗਨ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਰਾਮਾਤਾਂ ਦੇ ਸਹਿਤ। ਸੋ ਮੇਰੇ ਸਤਿਗੁਰੂ ਪਾਤਸ਼ਾਹ ਦੇ ਸਿੱਖ ਹੋਏ ਨੇ ਜਿਵੇਂ ਸੋ ਉਡਗਨ ਤਾਰਿਆਂ ਦੀ ਨਿਆਈ। ਸਭ ਮਹਿ ਸੋਭਤ ਪੂਰਨ ਸਸ ਜਨ, ਤੇ ਸਾਰਿਆਂ ਵਿੱਚ ਇਉਂ ਸ਼ੋਭਾ ਪਾਉਂਦੇ ਨੇ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੋਵੇ। ਕਰਾਮਾਤਾਂ ਸ਼ਕਤੀਆਂ ਦੇ ਸਮੇਤ ਗੁਰੂ ਦੇ ਸਿੱਖ ਨੇ, ਉਹ ਤਾਰਿਆਂ ਦੀ ਨਿਆਈ। ਗੁਰੂ ਸਾਹਿਬ ਚੰਦਰਮਾ ਦੀ ਨਿਆਈ ਸਭ ਵਿੱਚ ਸ਼ੋਭਾ ਪਾਉਂਦੇ ਹਨ। ਜਹ ਕਹਤੇ ਸੁਨ ਸੁਨ ਸਿੱਖ ਆਏ, ਜਿੱਥੋਂ ਕਿੱਥੋਂ ਸੁਣ ਕਰਕੇ ਗੁਰਸਿੱਖ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਿਆ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਚਖੰਡ ਪਿਆਨਾ ਕੀਤਾ ਹੈ, ਸਾਹਿਬ ਗੁਰੂ ਰਾਮਦਾਸ ਨੂੰ ਗੁਰਿਆਈ ਗੱਦੀ ਮਿਲੀ ਹੈ। ਇਉਂ ਸਭ ਸੰਗਤਾਂ ਦਰਸ਼ਨ ਕਰਨ ਵਾਸਤੇ ਦੂਰੋਂ ਨੇੜੋਂ ਚੱਲ ਕੇ ਆਈਆਂ ਹਨ। ਸ੍ਰੀ ਗੁਰ ਅਮਰ ਇਹੀ ਲਖ ਪਾਏ, ਤੇ ਇਹ ਜਾਣਦੇ ਨੇ ਕਿ ਧੰਨ ਗੁਰੂ ਅਮਰਦਾਸ ਦਾ ਰੂਪ ਇਹੀ ਹਨ ਮਹਾਰਾਜ। ਸ੍ਰੀ ਨਾਨਕ ਕੀ ਜੋਤ ਵਿਸਾਲਾ, ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਦੀ ਮਹਾਨ ਜੋ ਜੋਤ ਹੈ। ਇਨ ਮਹਿ ਦਿਪਤ ਜਾਨ ਤਿਸ ਕਾਲਾ, ਜਾਣਿਆ ਕਿ ਗੁਰੂ ਰਾਮਦਾਸ ਦੇ ਹਿਰਦੇ ਵਿੱਚ ਉਹੀ ਜੋਤ ਪ੍ਰਕਾਸ਼ ਰਹੀ ਹੈ। ਧਰ ਧਰ ਸਭਨ ਉਪਾਇਨ ਬੰਦੇ, ਸਭ ਸੰਗਤਾਂ ਨੇ ਆਣ ਕੇ ਸੋ ਭੇਟਾ ਰੱਖ ਰੱਖ ਕਰਕੇ ਨਮਸਕਾਰ ਕੀਤੀ ਹੈ ਸਤਿਗੁਰਾਂ ਨੂੰ। ਦੇਖ ਸਰੂਪ ਸੁਭਾਉ ਆਨੰਦੇ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਸਰੂਪ ਦਾ ਦਰਸ਼ਨ ਕੀਤਾ ਤੇ ਮਹਾਰਾਜ ਦੇ ਬਚਨ ਸੁਣ ਕੇ ਸੁਭਾਅ ਦੇਖਿਆ, ਆਨੰਦ ਸਹਿਤ ਹੋਏ ਤੇ ਵਿਸ਼ਵਾਸ ਹੋਇਆ ਗੁਰੂ ਨਾਨਕ ਦਾ ਹੀ ਚੌਥਾ ਰੂਪ ਹਨ। ਤ੍ਰੈ ਦਿਨ ਬਿਤੇ ਜਾਨ ਸਮੁਦਾਈ, ਤੇ ਜਿਸ ਵੇਲੇ ਇਉਂ ਮੇਰੇ ਸਤਿਗੁਰੂ ਪਾਤਸ਼ਾਹ ਜੀ 3 ਦਿਨ ਗੁਜ਼ਰੇ ਹਨ। ਸਤਿਗੁਰੂ ਅਮਰਦਾਸ ਸੱਚਖੰਡ ਚਲੇ ਗਏ, 3 ਦਿਨ ਦਾ ਸਮਾਂ ਗੁਜ਼ਰਿਆ। ਸਭ ਸੰਗਤਾਂ ਨੇ ਗੁਰੂ ਰਾਮਦਾਸ ਨੂੰ ਨਮਸਕਾਰਾਂ ਕੀਤੀਆਂ ਹਨ। ਜਹ ਸੰਸਕਾਰ ਗਏ ਤਿਸ ਥਾਈ, ਜਿੱਥੇ ਮੇਰੇ ਸਤਿਗੁਰੂ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਸੀ ਉਸ ਜਗ੍ਹਾ ਤੇ ਗਏ ਹਨ। ਸਤਿਗੁਰ ਰਾਮਦਾਸ ਹੋਏ ਖਰੇ, ਧੰਨ ਗੁਰੂ ਰਾਮਦਾਸ ਮਹਾਰਾਜ ਉਸ ਜਗ੍ਹਾ ਤੇ ਖੜੇ ਹੋ ਕੇ ਸਤਿਗੁਰੂ ਨੂੰ ਯਾਦ ਕੀਤਾ ਹੈ। ਕਮਲ ਬਿਲੋਚਨ ਜਲ ਸੋ ਭਰੇ, ਤੇ ਪ੍ਰੇਮ ਦਾ ਜਲ ਜਿਹੜਾ ਹੈ ਨੇਤਰਾਂ ਵਿੱਚ ਛਾ ਗਿਆ ਹੈ। ਸੰਗ ਮੋਹਰੀ ਸ਼ੋਕ ਉਪਾਵਤ, ਤੇ ਮੋਹਰੀ ਜੀ ਵੀ ਨਾਲ ਹਨ। ਤੇ ਇਸ ਤਰੀਕੇ ਦੇ ਨਾਲ ਗੁਰੂ ਦੀ ਯਾਦ ਵਿੱਚ ਜੁੜ ਕਰਕੇ ਕੁਛ ਮਨ ਸੁਕਾਤਰ ਹੋਇਆ ਹੈ। ਮੋਹਨ ਆਦਿਕ ਸੀਸ ਨਿਵਾਵਤ, ਮੋਹਨ ਜੀ ਨੇ ਵੀ ਜਾ ਕਰਕੇ ਸੀਸ ਨਿਵਾਇਆ ਉਸ ਜਗ੍ਹਾ ਤੇ। ਬਿਰਧ ਨੇ ਸਭ ਸੋ ਬਾਕ ਉਚਾਰਾ, ਬਾਬਾ ਬੁੱਢਾ ਸਾਹਿਬ ਜੀ ਨੇ ਸਮਨਾ ਤਾਈ ਬਚਨ ਕੀਤਾ ਹੈ। ਕਹਿਓ ਗੁਰੂ ਕੋ ਕਿਉ ਨਾ ਚਿਤਾਰਾ, ਭਾਈ ਦੇਖੋ ਧੰਨ ਮੇਰੇ ਸਤਿਗੁਰੂ ਜੀ ਦਾ ਜੋ ਹੁਕਮ ਹੈ ਤੁਸੀਂ ਕਿਉਂ ਨਹੀਂ ਚੇਤੇ ਕਰਦੇ। ਮੇਰੋ ਸ਼ੋਕ ਨਾ ਕਰੋ ਕਦਾਈ, ਹਜੂਰ ਨੇ ਕਿਹਾ ਸੀ ਕਿ ਮੇਰੀ ਕਦੇ ਵੀ ਚਿੰਤਾ, ਮੇਰੇ ਵਾਸਤੇ ਸ਼ੋਕ ਨਹੀਂ ਕਰਨਾ ਹੈ। ਸਿਮਰੋ ਹਰ ਹਰ ਆਨੰਦ ਉਪਾਈ, ਪਰਮੇਸ਼ਵਰ ਨੂੰ ਯਾਦ ਕਰੋ ਤੇ ਆਨੰਦ ਪੈਦਾ ਕਰੋ ਹਿਰਦੇ ਵਿੱਚ, ਯਾਦ ਕਰਨਾ ਵਾਹਿਗੁਰੂ ਨੂੰ। ਉਲੰਘਨ ਜੋਗ ਨਾ ਬਾਕ ਤਿਨੋ ਕਾ, ਇਸ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਉਲੰਘਣਾ ਨਹੀਂ ਬਣਦਾ ਹੈ। ਇਸ ਵਾਸਤੇ ਗੁਰੂ ਮਹਾਰਾਜ ਦਾ ਹੁਕਮ ਮੰਨਣਾ ਹੈ, ਚਿੰਤਾ ਨਹੀਂ ਕਰਨੀ, ਅਸੀਂ ਸ਼ੋਕ ਨਹੀਂ ਕਰਨਾ ਹੈ। ਜਾਂ ਤੇ ਕਰਹੁ ਨ ਕਬ ਮਿਲ ਸੋਕਾ, ਇਸ ਵਾਸਤੇ ਕਦੇ ਵੀ ਮਿਲ ਕਰਕੇ ਤੁਸੀਂ ਸੋ ਚਿੰਤਾ ਨਹੀਂ ਕਰਨੀ, ਗੁਰੂ ਨੂੰ ਯਾਦ ਕਰਕੇ। ਸੁਨ ਬ੍ਰਿਧ ਕੇਰ ਉਚਿਤ ਸੁਭ ਬੈਨਾ, ਸੋਹਣੇ ਬਚਨ ਬਾਬਾ ਬੁੱਢਾ ਸਾਹਿਬ ਦੇ ਸੁਣ ਕਰਕੇ ਸਾਰਿਆਂ ਨੇ ਰੋਕਿਓ ਜਲ ਕੋ ਨਿਜ ਨਿਜ ਨੈਨਾ, ਆਪਣੇ ਨੇਤਰਾਂ ਜਲ ਨੂੰ ਰੋਕਿਆ ਹੈ, ਚਿੰਤਾ ਮਨ ਚੋਂ ਦੂਰ ਕੀਤੀ ਹੈ। ਬੀਨ 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 ਕਰ ਅਸਤ ਸਕੇਲੇ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਵੀ ਇਸ ਪ੍ਰਕਾਰ ਜੋ ਇਸ ਪ੍ਰਕਾਰ ਉਸ ਸਮੇਂ ਦੀ ਰਵਾਇਤ ਸੀ ਉਹਦੇ ਅਨੁਸਾਰ ਸੋ
ਸੋ ਮਹਾਰਾਜ ਦਾ ਅੰਗੀਠਾ ਜਿਹੜਾ ਉਹਦੀ ਇਸ ਪ੍ਰਕਾਰ ਸੰਭਾਲ ਕੀਤੀ ਹੈ। ਸੁੰਦਰ ਬਸਤਰ ਵਿਖੇ ਸਭ ਮੇਲੇ, ਸਾਰੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੁੱਲ ਚੁਣ ਕਰਕੇ ਸੋਹਣੇ ਬਸਤਰ ਦੇ ਵਿੱਚ ਪਾਏ ਹਨ। ਬੈਠੇ ਹੈ ਸਕਲ ਬਾਬਲੀ ਤੀਰ, ਸਾਰੇ ਹੀ ਬੌਲੀ ਸਾਹਿਬ ਦੇ ਕਿਨਾਰੇ ਬੈਠੇ ਹਨ। ਆਵਹਿ ਨਿਤ ਸੰਗਤ ਕੀ ਭੀਰ, ਨਿਤ ਮਹਾਰਾਜ ਦੇ ਪਾਸ ਸੰਗਤਾਂ ਦੀ ਭੀੜ ਆਉਂਦੀ ਹੈ। ਗਾਵਹਿ ਸ਼ਬਦ ਰਬਾਬੀ ਰਾਗ, ਤੋ ਭਾਈ ਰਬਾਬੀਏ ਗੁਰੂ ਚਰਨਾਂ ਵਿੱਚ ਰਾਗੀ ਸੋਹਣਾ ਰਾਗ ਗਾਉਂਦੇ, ਕੀਰਤਨ ਕਰਦੇ ਬਾਣੀ ਦਾ। ਜਿਨ ਕੇ ਵਿਖੇ ਪਰਮ ਬੈਰਾਗ, ਜਿਨ੍ਹਾਂ ਹਿਰਦਿਆਂ ਵਿੱਚ ਬੜਾ ਭਾਰੀ ਬੈਰਾਗ ਹੈ। ਸਭਾ ਲੱਗੇ ਜਬ ਹੋਵਤ ਭੋਰ, ਜਦੋਂ ਭਾਈ ਅੰਮ੍ਰਿਤ ਵੇਲਾ ਹੁੰਦਾ ਗੁਰੂ ਦੀ ਸਭਾ ਲੱਗਦੀ, ਦੀਵਾਨ ਸੱਜਦਾ ਹੈ। ਆਵਹਿ ਸਿੱਖ ਕਰਹਿ ਬਹੁ ਜੋਰ, ਭਾਈ ਗੁਰਸਿੱਖ ਆਉਂਦੇ ਨੇ ਜੋਰ, ਸੋ ਬਹੁਤ ਇਕੱਠ ਹੁੰਦਾ ਹੈ। ਇਸੇ ਪ੍ਰਕਾਰ ਦੇਗ ਨਿਤ ਹੋਏ, ਉਸੇ ਤਰ੍ਹਾਂ ਮੇਰੇ ਸਤਿਗੁਰਾਂ ਦਾ ਲੰਗਰ ਵੀ ਉਵੇਂ ਹੀ ਚੱਲਦਾ। ਗੁਰੂ ਅਮਰਦਾਸ ਨੇ ਜੋ ਚਾਲੂ ਕੀਤਾ ਹੈ ਵੱਡੇ ਪੱਧਰ ਤੇ, ਮਿਲਹਿ ਹਜ਼ਾਰੋਂ ਅਚਮਹਿ ਸੋਏ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਇਸ ਪ੍ਰਕਾਰ ਨਿਯਮ ਬੰਨ੍ਹ ਦਿੱਤਾ ਹੈ, ਜਿਸ ਨੇ ਗੁਰੂ ਦਾ ਦਰਸ਼ਨ ਕਰਨਾ, ਸਤਸੰਗ ਕਰਨਾ, ਪਹਿਲਾਂ ਗੁਰੂ ਦੇ ਲੰਗਰ ਚੋਂ ਲੰਗਰ ਛਕੇ। ਉਸੇ ਤਰ੍ਹਾਂ ਗੁਰੂ ਦੇ ਲੰਗਰ ਚੱਲਦੇ ਹਨ। ਤ੍ਰਿਉਦਸ ਦਿਵਸ ਬਤੀਤੇ ਜਬੈ, ਜਦੋਂ ਕੁਝ ਸਮਾਂ ਇਸ ਪ੍ਰਕਾਰ ਗੁਜ਼ਰਿਆ ਹੈ ਤਾਂ ਭੋਜਨ ਕਰਿਓ ਅਨਕ ਬਿਧ ਤਬੈ, ਅਨੇਕ ਪ੍ਰਕਾਰ ਦਾ ਭੋਜਨ ਤਿਆਰ ਕੀਤਾ ਹੈ ਗੁਰੂ ਸਾਹਿਬ ਦੀ ਯਾਦ ਵਿੱਚ। ਗੋਇੰਦਵਾਲ ਮੇਲ ਬਹੁ ਹੋਵਾ, ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਬਹੁਤ ਸੰਗਤਾਂ ਦਾ ਮੇਲ ਇਕੱਠ ਹੋਇਆ। ਸਭਨ ਰਾਮਦਾਸ ਗੁਰ ਜੋਵਾ, ਸਭਨਾਂ ਨੇ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰਸ਼ਨ ਕੀਤਾ ਹੈ। ਸਕਲ ਬੇਖ ਸਾਧੂ ਸਮੁਦਾਏ, ਸਾਰੇ ਹੀ ਭੇਖਾਂ ਦੇ ਸਾਧੂ ਜਿਹੜੇ ਨੇ ਆਏ ਹਨ ਦਰਸ਼ਨ ਕਰਨ। ਕਰਨ ਆਹਾਰ ਮੇਲ ਕਰ ਆਏ, ਸਾਰੇ ਮਿਲ ਕਰਕੇ ਆਏ ਨੇ ਤੇ ਭੋਜਨ ਛਕਿਆ ਹੈ। ਬਖਸ਼ਿਸ਼ ਭਈ ਮੰਜੀਆਂ ਜੇਤਕ, ਤੇ ਮੇਰੇ ਸਤਿਗੁਰ ਜਿਹੜੀਆਂ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ। ਸਾਧ ਸੰਗਤ ਬਹੁਤ ਵੱਡਾ ਇਤਿਹਾਸ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਮਹਾਰਾਜ ਨੇ, ਸੋ ਜਿਹੜੇ ਵਿਚਾਰੇ ਬਿਲਕੁਲ ਸੂਧੇ ਸਾਧੇ ਸਨ, ਦੁਨੀਆ ਜਿਹਨਾਂ ਨੂੰ ਕਮਲੇ ਕਹੇ, ਮੇਰੇ ਗੁਰੂ ਅਮਰਦਾਸ ਪਾਤਸ਼ਾਹ ਨੇ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਕਰਕੇ ਪੂਜਨੀਕ ਠਹਿਰਾਇਆ। ਇਲਾਕੇ ਵੰਡੇ ਕਿ ਜਾਓ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਇਹ ਪ੍ਰਚਾਰਕ ਕੈਸੇ ਸਨ? ਜੋ ਮੁਖ ਤੋਂ ਬਚਨ ਕਹਿੰਦੇ ਸੱਤ ਹੁੰਦਾ ਹੈ, ਜੋ ਸੰਗਤਾਂ ਆਣ ਕਰਕੇ ਅਰਦਾਸ ਕਰਦੀਆਂ ਉਹਨੂੰ ਪੂਰੀਆਂ ਕਰਦੇ ਨੇ। ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਉਹਨਾਂ ਨੂੰ ਨਾਮਦਾਨ ਦੇ ਕਰਕੇ ਗੁਰੂ ਨਾਲ ਜੋੜਦੇ ਨੇ। ਇਤਨੀ ਸਮਰੱਥਾ ਦੇ ਮਾਲਕ ਮੇਰੇ ਹਜ਼ੂਰ ਨੇ ਬਣਾਏ। ਉਹ ਜਿਹੜੀਆਂ ਮੰਜੀਆਂ ਬਖਸ਼ੀਆਂ ਸਨ ਉਹ ਸਾਰੇ ਭਾਈ ਆਏ ਨੇ ਹੁਣ ਇਸ ਸਮੇਂ ਤੇ। ਲੈ ਅਕੋਰ ਕੋ ਪਹੁੰਚੇ ਤੇਤਕ, ਭਾਈ ਸਤਿਗੁਰੂ ਰਾਮਦਾਸ ਮਹਾਰਾਜ ਲਈ ਭੇਟਾ ਲੈ ਕਰਕੇ ਹਾਜ਼ਰ ਹੋਏ ਨੇ। ਸ੍ਰੀ ਗੁਰੂ ਰਾਮਦਾਸ ਕੇ ਆਗੇ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰ ਆਣ ਕੇ ਅਰਪ ਅਰਪ ਕਰ ਪਾਇਨ ਲਾਗੇ, ਭੇਟਾ ਅਰਪਣ ਕੀਤੀਆਂ ਤੇ ਗੁਰੂ ਦੇ ਚਰਨੀ ਲੱਗੇ ਹਨ। ਜਿਸ ਕੋ ਆਪ ਗਏ ਕਰ ਟਿੱਕਾ, ਤੇ ਜਿਹਨਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਟਿਕ ਗਏ ਨੇ, ਟਿੱਕਾ ਲਾ ਦਿੱਤਾ ਜਿਨ੍ਹਾਂ ਦੇ ਮੱਥੇ ਤੇ। ਕੌਣ ਹਟਾਏ ਸਕੇ ਤਿਨ ਲੀਕਾ, ਭਾਈ ਮੇਰੇ ਸਤਿਗੁਰੂ ਪਾਤਸ਼ਾਹ ਦੀ ਮਰਜ਼ਾਦਾ ਨੂੰ ਕਿਹੜਾ ਹੈ ਜਿਹੜਾ ਰੋਕ ਸਕੇ? ਇਸ ਵਾਸਤੇ ਕਿਸੇ ਦੀ ਸਮਰੱਥਾ ਨਹੀਂ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਕਾਬਲੇ ਤੇ ਕੋਈ ਕੁਛ ਗੱਲ ਕਰੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਭ ਨਮਸਕਾਰਾਂ ਕਰਦੇ ਝੁਕਦੇ ਹਨ। ਮੋਹਨ ਅਪਰ ਮੋਹਰੀ ਦੂਆ, ਤੋ ਮੋਹਨ ਤੇ ਦੂਸਰੇ ਗੁਰੂ ਦੇ ਸਾਹਿਬਜ਼ਾਦੇ ਮੋਹਰੀ ਜੀ, ਤਿਨ ਦਿਸ ਦੇਖ ਦੀਨ ਮਨ ਹੁਆ, ਤੇ ਜਦੋਂ ਇਹਨਾਂ ਦੇ ਮਨ ਉਦਾਸ ਦੇਖੇ ਸਾਹਿਬ ਰਾਮਦਾਸ ਮਹਾਰਾਜ ਤੋਂ ਗੁਰਿਆਈ ਨੂੰ ਪ੍ਰਾਪਤ ਨੇ। ਜਦੋਂ ਸੰਗਤਾਂ ਨੇ ਨਮਸਕਾਰਾਂ ਕੀਤੀਆਂ, ਭਾਰੀ ਸਤਿਕਾਰ ਕੀਤਾ, ਹੁਣ ਇਹ ਮਨ ਵਿੱਚ ਸੰਕੋਚਦੇ ਨੇ ਕਿ ਅਸੀਂ ਗੁਰੂ ਦੇ ਸਾਹਿਬਜ਼ਾਦੇ ਤੇ ਜਸ ਮਹਾਰਾਜ ਗੁਰੂ ਰਾਮਦਾਸ। ਇਹਨਾਂ ਵੱਲ ਦੇਖ ਕੇ, ਦੀਨ ਦਸ਼ਾ ਵੱਲ ਦੇਖ ਕੇ ਗੁਰੂ ਰਾਮਦਾਸ ਜੀ ਸੋਚਦੇ ਹਨ ਅਪਰ ਸੰਬੰਧਨ ਕੀ ਲੱਖ ਚਾਲੀ, ਤੇ ਬਾਕੀ ਸੰਬੰਧੀਆਂ ਦੀ ਸਾਰੀ ਚਾਲ ਜਦੋਂ ਦੇਖੀ ਹੈ ਕਿ ਗੁਰੂ ਮਹਾਰਾਜ ਦੀ ਵਡਿਆਈ ਨੂੰ ਦੇਖ ਕਰਕੇ ਸਾਰੇ ਹੀ ਮਨ ਵਿੱਚ ਸੰਕੋਚਦੇ ਹਨ। ਮਨ ਜਨ ਕੇ ਖਟਪਟੀ ਵਿਸਾਲੀ, ਜਿਨ੍ਹਾਂ ਦੇ ਮਨ ਵਿੱਚ ਖਟਪਟੀ ਹੈ ਕਿ ਦੇਖੋ ਗੁਰਿਆਈ ਸਾਡੀ ਕੁਲ ਵਿੱਚ ਸੀ ਤੇ ਮਹਾਰਾਜ ਦੀ ਸੇਵਾ ਕੀਤੀ ਹੈ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਰਾਮਦਾਸ ਮਹਾਰਾਜ ਤੇ ਕਰ ਦਿੱਤੀ ਹੈ, ਇਹੋ ਜਿਹੀਆਂ ਵਿਚਾਰਾਂ ਕਰਦੇ ਮਨ ਵਿੱਚ। ਸ੍ਰੀ ਗੁਰੂ ਰਾਮਦਾਸ ਮਹਾਰਾਜਾ, ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਮਹਾਰਾਜੇ ਹਨ। ਮਹਿਦ ਬਲੋਚਨ ਲਾਜ ਜਹਾਜਾ, ਜਿਨ੍ਹਾਂ ਦੇ ਨੇਤਰਾਂ ਵਿੱਚ ਬੜੀ ਭਾਰੀ ਲਾਜ, ਲੱਜਾ ਵਾਲੇ ਹਨ। ਬਹੁ ਕੋਮਲ ਜਿਨ ਸਰਲ ਸੁਭਾਉ, ਬੜਾ ਹੀ ਨਰਮ ਤੇ ਕੋਮਲ ਮਹਾਰਾਜ ਦਾ ਸੁਭਾਅ ਹੈ, ਪਵਿੱਤਰ ਹੈ। ਨਹਿ ਪਿਖ ਸਕੈ ਭੰਗ ਮਨ ਕਾਉ, ਕਿਸੇ ਦਾ ਵੀ ਮਨ ਜਿਹੜਾ ਟੱਠਾ ਹੋਇਆ ਗੁਰੂ ਦੇਖ ਨਹੀਂ ਸਕਦੇ।
ਸਭ ਨੂੰ ਖੁਸ਼ ਦੇਖਣਾ ਚਾਹੁੰਦੇ ਹਨ। ਹਿਰਦੇ ਵਿਚਾਰਹਿ ਅਨਕ ਉਪਾਉ। ਮਨ ਵਿੱਚ ਗੁਰੂ ਸਾਹਿਬ ਜੀ ਵਿਚਾਰਾਂ ਕਰਦੇ ਨੇ, ਅਨੇਕ ਯਤਨ ਕਰਦੇ ਨੇ ਵੀ ਇਹਨਾਂ ਨੂੰ ਕਿਵੇਂ ਖੁਸ਼ ਰੱਖੀਏ ਅਸੀਂ। ਕਿਮ ਹਮ ਕਰਹਿ ਨਾ ਦੇਖ ਸਕਾਉ। ਕਿਉਂ ਅਸੀਂ ਕਿਸ ਤਰ੍ਹਾਂ ਕਰੀਏ ਕਿ ਅਸੀਂ ਇਹਨਾਂ ਦੀ ਨਿਰਾਸ਼ਾ ਵਾਲੀ ਜਿਹੜੀ ਦਸ਼ਾ ਹੈ ਉਸ ਨੂੰ ਅਸੀਂ ਵੇਖ ਨਹੀਂ ਸਕਦੇ ਹਾਂ। ਅਪਰ ਬਾਰਤਾ ਅਨਬਨ ਜਾਨੀ। ਤੇ ਬਾਕੀ ਹੋਰ ਗੱਲਾਂ ਮਹਾਰਾਜ ਨੇ ਅਣਬਣੀਆਂ ਜਾਣੀਆਂ ਵੀ ਕੋਈ ਵੀ ਗੱਲ ਕਰੀਏ ਤੁਸੀਂ ਗੁਰਤਾ ਨੂੰ ਵੀ ਅਨੁਕੂਲ ਰੱਖਣਾ ਹੈ, ਇਹ ਗੁਰੂ ਦੀ ਵੰਸ਼ ਨੂੰ ਵੀ ਪ੍ਰਸੰਨ ਰੱਖਣਾ, ਸਹਿਮਤ ਰੱਖਣਾ ਹੈ ਨਾਲ। ਭਏ ਪ੍ਰਵੇਸ਼ ਸਦਨ ਗੁਣ ਖਾਨੀ। ਮੇਰੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਇਸ ਪ੍ਰਕਾਰ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਰਹੇ ਇਕਾਂਕੀ ਬੈਠ ਗੁਸਾਈ। ਗੁਸਾਈ ਸੁਆਮੀ ਸਤਿਗੁਰੂ ਜੀ ਇਕਾਂਤ ਵਿੱਚ ਬੈਠੇ ਹਨ। ਅੰਤਰ ਬ੍ਰਿਤੇ ਰਹੇ ਸੁਖ ਪਾਈ। ਬੜਾ ਭਾਰੀ ਸੁਖ ਪਾ ਕਰਕੇ ਮੇਰੇ ਸਤ ਅੰਤਰਮੁਖ ਬਿਰਤੀ ਦੇ ਵਿੱਚ ਟਿਕੇ ਹੋਏ ਹਨ। ਬਾਹਰ ਨਿਕਸ ਕਰ ਨਾਹਿਨ ਬੈਠੇ। ਮੇਰੇ ਸਤਿਗੁਰੂ ਜੀ ਸੋ ਬਾਹਰ ਨਿਕਲ ਕਰਕੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੰਗਤਾਂ ਵਿੱਚ ਦੀਵਾਨ ਵਿੱਚ ਮਹਾਰਾਜ ਸ਼ੋਭਨੀਕ ਨਹੀਂ ਹੁੰਦੇ ਹਨ। ਸਿੱਖ ਸੰਗਤ ਜਹ ਸਕਲ ਇਕੱਠ ਹੈ। ਜਿੱਥੇ ਮੇਰੇ ਸਤਿਗੁਰੂ ਦੀਆਂ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਹਨ। ਸ੍ਰੀ ਗੁਰ ਅਮਰਦਾਸ ਪਦ ਪ੍ਰੇਮ। ਧੰਨ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਦਾ ਪ੍ਰੇਮ ਮਨ ਵਿੱਚ ਯਾਦ ਕਰਕੇ। ਉਮਗ ਹੈ ਹਿਰਦਾ ਬਹਿ ਸਭ ਨੇਮ। ਸਭ ਨਿਜਮ ਦੇ ਨਾਲ ਹਿਰਦਾ ਉਛਲਦਾ ਹੈ ਤੇ ਮਹਾਰਾਜ ਗੁਰੂ ਸਾਹਿਬ ਦੇ ਪ੍ਰੇਮ ਦੇ ਵਿੱਚ ਆਪ ਮਗਨ ਹੋਏ ਬੈਠੇ ਨੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਿਆਈ ਗੱਦੀ ਬਖਸ਼ ਕਰਕੇ ਹੁਕਮ ਕੀਤਾ ਕਿ ਪੁਰਖਾ ਤੁਸੀਂ ਇੱਥੋਂ ਜਾਓ, ਵਿਛੜ ਤਾਂ ਸਕਦੇ ਨਹੀਂ ਸਨ ਤੇ ਨਾ ਹੁਕਮ ਮੋੜ ਸਕਦੇ ਸਨ। ਆਣ ਕਰਕੇ ਖਡੂਰ ਸਾਹਿਬ ਵਿੱਚ ਸੋ ਦਰਵਾਜ਼ਾ ਬੰਦ ਕਰਕੇ 6 ਮਹੀਨੇ ਮਹਾਰਾਜ ਸਮਾਧੀ ਲਾ ਕਰਕੇ ਬੈਠ ਗਏ ਸਨ। ਮਹਾਰਾਜ ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਤੇ ਗੁਰੂ ਦੇ ਪ੍ਰੇਮ ਵਿੱਚ ਗੁਰੂ ਨਾਨਕ ਦੇ ਪਿਆਰ ਵਿੱਚ ਜੁੜੇ ਰਹੇ ਸਨ। ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਮਹਾਰਾਜ ਜੀ ਇਕਾਂਤ ਵਿੱਚ ਬੈਠ ਕਰਕੇ ਨਿਜ ਮਗਨ ਹੋਏ ਬੈਠੇ ਇਸ ਪ੍ਰਕਾਰ ਸੋ ਆਨੰਦ ਮਾਣ ਰਹੇ ਨੇ, ਗੁਰੂ ਦੇ ਪ੍ਰੇਮ ਵਿੱਚ ਜੁੜੇ ਬੈਠੇ ਸਮਾਧੀ ਵਿੱਚ ਹਨ। ਜਿਸ ਤਰ੍ਹਾਂ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਥਾ ਆਰੰਭ ਹੋਈ ਹੈ। ਦੂਜੀ ਰਾਸ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਰੰਭ ਕੀਤੀ ਕਵੀ ਜੀ ਨੇ। ਸਮੇਂ ਸਮੇਂ ਅਨੁਸਾਰ ਸਤਿਗੁਰਾਂ ਦਾ ਜਸ ਸਰਵਣ ਕਰਕੇ ਭਾਗੀ ਬਣਾਂਗੇ। ਗੁਰੂ ਦਾ ਜਸ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀ ਹੈ ਪਰਲੋਕ ਸੁਹੇਲੇ। ਨਾਨਕ ਹਰ ਪਲ ਆਪੇ ਮਿਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਹਿਬ ਸੋ ਮਿਲਦੀ ਦਾਤ ਪ੍ਰਾਪਤ ਹੋਵੇ। ਬਾਹਰ ਨਿਕਸ ਕਰ ਨਾਹਿਨ ਬੈਠੇ। ਸਿੱਖ ਸੰਗਤ ਜਹ ਸਕਲ ਇਕੱਠ ਹੈ। ਸ੍ਰੀ ਗੁਰੂ ਅਮਰਦਾਸ ਪਦ ਪ੍ਰੇਮ। ਉਮਗ ਹਿਰਦਾ ਬਹਿ ਸਭ ਨੇਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ